मैं समझदा भी ਇਹਦੇ 'ਚ ਫਿਰ ਜਿਹੜਾ ਵਾ ਦੇਸ਼ ਦਾ ਬਹੁਤ ਵੱਡਾ ਜਿਹੜਾ ਵਾ ਨੁਕਸਾਨ ਹੋਊਗਾ, ਕਿਉਂਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਬੱਚੇ ਹਾਂ, ਅਸੀਂ ਉਹਨਾਂ ਦੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਗੱਲ ਕਰਨੀ ਜਾਣਦੇ ਹਾਂ। ਜਿਹੜੇ ਉੱਥੇ ਕੀ ਆਫੀਸਰ ਉਸ ਵੇਲੇ ਸੀਗੇ ਉਹਨਾਂ ਨੇ ਮੇਰਾ ਖਿਆਲ ਆ ਵੀ ਅੱਧੇ ਘੰਟੇ ਦੇ ਵਿੱਚ ਹੀ ਸਟੇਟਮੈਂਟ ਦੇਤੀ ਜੀ ਨਹੀਂ ਗੋਲੀ ਨਹੀਂ ਚੱਲੀ। ਕਮੀ ਕਿੱਥੇ ਆ ਰਹੀ ਆ? ਪ੍ਰਸ਼ਾਸਨ 'ਚ ਕਮੀ ਆ, ਲੀਡਰਾਂ ਦੇ ਵਿੱਚ ਕਮੀ ਆ, ਲੋਕਾਂ ਦੇ ਵਿੱਚ ਕਮੀ ਆ, ਜਾਂ ਅਵੇਅਰਨੈਸ 'ਚ ਕੀ ਤੁਹਾਨੂੰ ਕੀ ਲੱਗਦਾ? ਪੂਰੇ ਪੰਜਾਬ ਦਾ ਪੰਜਾਬੀਅਤ ਦਾ ਜਿਹੜਾ ਅਕਸਾ ਉਹ ਖਰਾਬ ਹੋ ਰਿਹਾ। अब मैं तो सुन के हैरान हुन्ना कई बारी भी ये पंजाब किहड़े पासे नूं जा रहा। ਭਾਰਤ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਕੇਸਿਸ ਹੁੰਦੇ ਨੇ ਮੋਸਟਲੀ ਇਹ ਬੱਚਿਆਂ ਦੇ ਨਾਲ ਜਿਹੜਾ ਕਾਨੂੰਨੀਆਂ ਹਰਕਤਾਂ ਹੋ ਰਹੀਆਂ ਨੇ ਉਹ ਬਿਲੋ ਪਾਵਰ ਲਾਈਨ ਜਾਂ ਜਿਹਨੂੰ ਕਹਿ ਦਈਏ ਇਕਨੋਮਿਕਲੀ ਵੀਕਰ ਸੈਕਸ਼ਨ, ਇਹ ਉਹਨਾਂ ਦੇ ਬੱਚਿਆਂ ਨਾਲ ਜਾਂ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਤਸ਼ੱਦਦ ਢਾਇਆ ਜਾਂਦਾ ਹੈ। ਅਸੀਂ ਇੰਨਾ ਕੁ ਅਨਾਜ ਵਾਲੇ ਪਾਸੇ ਜਾਂ ਅਸੀਂ ਝੋਨੇ ਜੀਰੀ ਵਾਲੇ ਪਾਸੇ ਤੁਰ ਪਏ ਸਾਡੇ ਕਿਸਾਨ ਭਰਾ ਵੀ ਅੱਜ ਸਾਡਾ ਪਾਣੀ ਦਾ ਜਿਹੜਾ ਲੈਵਲ ਆ ਉਹ ਵੀ 300 ਫੁੱਟ ਤੋਂ 350 ਫੁੱਟ ਤੋਂ ਥੱਲੇ ਚਲੇ ਗਿਆ। ਉਹ ਕਿਸਾਨ ਜਿਹਦੇ ਲਈ ਤੁਸੀਂ ਬਿੱਲ ਲੈ ਕੇ ਆਏ ਹੋ ਉਹ ਯਾਰ ਜੀ ਉਹਨੂੰ ਹੀ ਨਹੀਂ ਮਨਜ਼ੂਰ ਹੈਗਾ ਤੇ ਤੁਸੀਂ ਬਿੱਲ ਕਿਹਦੇ ਵਾਸਤੇ ਲੈ ਕੇ ਆਏ ਹੋ? ਤਾਂ ਕੱਲ ਨੂੰ ਤਾਂ ਫਿਰ ਰਾਜਸਥਾਨ ਵਾਲੇ ਭੁੱਕੀ ਲੈ ਕੇ ਆਣਗੇ, ਕਿਉਂਕਿ ਉਧਰ ਭੁੱਕੀ ਸਰਕਾਰ ਨੇ ਪਰਮਿਸ਼ਨ ਦਿੱਤੀ ਹੋਈ ਆ, ਉਧਰੋਂ ਫੀਮ ਆਊਗੀ, ਇੱਧਰੋਂ ਫਿਰ ਚਰਸ ਵਗੈਰਾ ਵੀ ਆਊਗੀ ਯੂਪੀ ਚੋਂ। ਇਹ ਜੇ ਲੋਕ ਸਿਰਾਂ ਤੇ ਬਿਠਾਣਾ ਜਾਣਦੇ ਆ ਨਾ ਤਾਂ ਲਾਉਣ ਲੱਗੇ ਵੀ ਮਿੰਟ ਲਾਉਣਾ ਫਿਰ ਲੋਕਾਂ ਨੇ ਵੀ ਜਦੋਂ ਤਾਂ ਡਾਕਟਰ ਅੰਬੇਦਕਰ ਦੇ ਕਹੇ ਅਨੁਸਾਰ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਤਾਂ ਫਿਰ ਉਸ ਰਹਿਬਰ ਦੇ ਨੇੜੇ ਜਾਣ ਦੀ ਵੀ ਕੀ ਜ਼ਰੂਰਤ ਹੈ ਇਹਨਾਂ ਨੂੰ। ਇਹ ਜਿਹੜੇ ਬੀਜੇਪੀ ਵਾਲੇ ਨੇ ਹੁਣ ਤਾਂ ਡਾਕਟਰ ਅੰਬੇਦਕਰ ਨੂੰ ਜਾ ਕੇ ਹਾਰ ਪਾਉਂਦੇ ਨੇ, ਸਾਰਾ ਕੁਝ ਕਰਦੇ ਨੇ। ਜੇ ਡਾਕਟਰ ਅੰਬੇਦਕਰ ਦੇ ਕਹੇ ਅਨੁਸਾਰ ਇਹਨਾਂ ਨੇ ਸਰਕਾਰ ਨਹੀਂ ਚਲਾਉਣੀ, ਜੇ ਸੰਵਿਧਾਨ ਦੇ ਅਨੁਸਾਰ ਸਰਕਾਰ ਨਹੀਂ ਚੱਲੂਗੀ, ਜਿਹੜੇ ਐਟਰੋਸਿਟੀ ਵਧੂਗੀ, ਤਾਂ ਕੀ ਤੁਸੀਂ ਸਮਝਦੇ ਹੋ ਵੀ ਜਿਹੜਾ ਬਹੁਜਨ ਸਮਾਜ ਆ ਇਹਨਾਂ ਨੂੰ ਆਪਣੇ ਰਹਿਬਰ ਦੇ ਨੇੜੇ ਹੋਣ ਦਊਗਾ? ਮੈਂ ਫਲਜਿੰਦਰ ਰਤੂ ਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ ਟੀਵੀ। ਅੱਜ ਅਸੀਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ, ਜਿੱਦਾਂ ਕਿ ਇਸ ਚੈਨਲ ਦੇ ਰਾਹੀਂ ਅਸੀਂ ਤੁਹਾਡੇ ਨਾਲ ਨਵੇਂ ਮੁੱਦੇ, ਨਵੀਆਂ ਸ਼ਖਸੀਅਤਾਂ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਇਸੇ ਤਰ੍ਹਾਂ ਅਸੀਂ ਅੱਜ ਇਸ ਚੈਨਲ ਦੇ ਰਾਹੀਂ ਗੱਲਬਾਤ ਕਰਾਂਗੇ ਪੰਜਾਬ ਦੀ, ਪੰਜਾਬੀਅਤ ਦੀ, ਔਰ ਪੰਜਾਬ ਦਾ ਜੋ ਅੱਜ ਮਾਹੌਲ ਆ ਤੁਸੀਂ ਸਾਰੇ ਜਾਣਦੇ ਹੋ। ਪੰਜਾਬ ਗੱਲ ਕਰਦੇ ਹਾਂ ਖੁਸ਼ਹਾਲ ਸੂਬਾ, ਪਰ ਕਿਤੇ ਨਾ ਕਿਤੇ ਅੱਜ ਪੰਜਾਬ ਦੇ ਵਿੱਚ ਇੱਦਾਂ ਦਾ ਮਾਹੌਲ ਹੋ ਚੁੱਕਾ ਆ। ਪਹਿਲਾਂ ਸੁਣਦੇ ਸੀਗੇ ਕਿ ਯੂਪੀ ਬਿਹਾਰ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਸੀ, ਪਰ ਅੱਜ ਉਹ ਪੰਜਾਬ ਦੇ ਵਿੱਚ ਵਾਪਰ ਰਹੀਆਂ ਆ। ਪੰਜਾਬ ਦੇ ਜੋ ਲੋਕ ਆ, ਪੰਜਾਬ ਦਾ ਜੋ ਕਿਸਾਨ ਆ, ਉਹ ਅੱਜ ਸੜਕਾਂ ਦੇ ਉੱਤੇ ਬੈਠਾ ਹੋਇਆ ਆ। ਕਿਤੇ ਨਾ ਕਿਤੇ ਜੋ ਪੰਜਾਬ ਦੀ ਰਾਜਨੀਤੀ ਆ ਜਾਂ ਪੰਜਾਬ ਦਾ ਜੋ ਮਾਹੌਲ ਆ ਕਿਸ ਤਰੀਕੇ ਦਾ ਹੋ ਰਿਹਾ, ਅਸੀਂ ਬਹੁਤ ਸਾਰੇ ਇੱਦਾਂ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਮਿਸਟਰ ਰਾਜੀਵ ਲਵਲੀ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਫੈਨ ਅੰਬੇਡਕਰ ਟੀਵੀ 'ਚ। ਜੈ ਭੀਮ, ਜੈ ਭਾਰਤ, ਥੈਂਕ ਯੂ। ਲਵਲੀ ਜੀ, ਪਹਿਲਾਂ ਤਾਂ ਗੱਲਬਾਤ ਕਰਾਂਗੇ ਕਿ ਭੀਮ ਆਰਮੀ ਦੇ ਜੋ ਆਜ਼ਾਦ ਸਮਾਜ ਪਾਰਟੀ ਦੇ ਭਾਰਤ ਦੇ ਪ੍ਰਧਾਨ ਨੇ ਚੰਦਰ ਸ਼ੇਖਰ ਆਜ਼ਾਦ ਜੀ, ਉਹਨਾਂ ਬਾਰੇ, ਉਹਨਾਂ ਦਾ ਬੁਲੰਦ ਸ਼ਹਿਰ ਦੇ ਵਿੱਚ ਉਹਨਾਂ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ। ਕੀ ਲੱਗਦਾ ਇਸ ਨੂੰ ਦੇਖ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਭਾਰਤ ਦੇਸ਼ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਡੈਮੋਕ੍ਰੇਸੀ, ਇਹਦੇ 'ਚ ਹਰ ਇੱਕ ਇਨਸਾਨ ਨੂੰ, ਹਰ ਇੱਕ ਪਾਰਟੀ ਨੂੰ, ਹਰ ਇੱਕ ਜਥੇਬੰਦੀ ਨੂੰ ਸੰਵਿਧਾਨਿਕ ਹੱਕ ਆ ਵੀ ਉਹ ਆਪਣੇ ਹੱਕਾਂ ਦੇ ਪ੍ਰਤੀ, ਆਪਣੇ ਅਧਿਕਾਰਾਂ ਦੇ ਪ੍ਰਤੀ ਉਹ ਲੜਾਈ ਲੜ ਸਕਦਾ ਜਾਂ ਉਹ ਆਪਣੀ ਗੱਲ ਕਰ ਸਕਦਾ। ਜਿਹੜੀ ਤੁਸੀਂ ਆ ਬੁਲੰਦ ਸ਼ਹਿਰ ਦੀ ਗੱਲ ਕਰ ਰਹੇ ਹੋ, ਹੋਇਆ ਕਿ ਐਕਚੁਅਲੀ 'ਚ 25 ਤਰੀਕ ਨੂੰ ਬੁਲੰਦ ਸ਼ਹਿਰ 'ਚ ਜਿਹੜੇ ਸਾਡੇ ਆਜ਼ਾਦ ਸਮਾਜ ਪਾਰਟੀ ਦੇ ਉੱਤੋਂ ਕੈਂਡੀਡੇਟ ਨੇ, ਯਾਜੀ ਜਿਹੜੇ ਯਾਸੀਨ ਹਾਜੀ ਜੀ, ਉਹਨਾਂ ਦੀ ਇੱਕ ਰੈਲੀ ਸੀ ਬਹੁਤ ਵੱਡੀ। ਉਹ ਰੈਲੀ ਨਹੀਂ, ਰੈਲੀ ਹੀ ਗਿਣਿਆ ਗਿਆ ਕਿਉਂਕਿ 30-35 ਹਜ਼ਾਰ ਦੇ ਕਰੀਬ ਉੱਥੇ ਇਕੱਠ ਹੋਇਆ। ਔਰ ਜਦੋਂ ਸਾਡੇ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਜੀ ਉਸ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ
ਆਪਣੇ ਗੱਡੀਆਂ ਰਾਹੀਂ ਕਾਫਲੇ 'ਚ ਉੱਥੋਂ ਮੂਵ ਕਰ ਰਹੇ ਸੀ, ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਕੁਝ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ। ਲੇਕਿਨ ਇੱਕ ਕਹਾਵਤ ਆ ਵੀ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜੀ। ਜਿਹਨੂੰ ਬਚਾਉਣ ਵਾਲਾ ਉਹ ਅਕਾਲ ਪੁਰਖ ਪ੍ਰਮਾਤਮਾ ਹੋਵੇ ਤਾਂ ਉਹਦਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਸੋ ਉਹੀ ਕਹਾਵਤ ਉੱਥੇ ਚਰਿਤਰਾਰਥ ਹੋਈ ਔਰ ਸਾਡੇ ਕੌਮੀ ਪ੍ਰਧਾਨ ਜਿਹੜੇ ਸੀ ਉੱਥੋਂ ਸकुशल ਜਿਹੜੇ ਆ ਉਹ ਨਿਕਲ ਗਏ। ਲੇਕਿਨ ਇੱਥੇ ਜਿਹੜੀ ਵਰਣਨਯੋਗ ਗੱਲ ਇਹ ਆ ਬਈ ਇਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ, ਮੁਲਕ ਨੂੰ ਅਰਾਜਕਤਾ ਵਾਲੇ ਪਾਸੇ ਕਹਿ ਦਈਏ ਖਿੱਚ ਰਹੀਆਂ ਨੇ ਜਾਂ ਪਾੜ ਪਾਣ ਵਾਲੇ ਪਾਸੇ ਖਿੱਚ ਰਹੀਆਂ ਨੇ। ਕਿਉਂਕਿ ਜੇ ਇਦਾਂ ਦੇ ਮਾਹੌਲ ਦੇਸ਼ ਭਰ ਦੇ ਵਿੱਚ ਜਾਂ ਯੂਪੀ ਦੇ ਵਿੱਚ ਜਾਂ ਅਦਰ ਸਟੇਟ ਦੇ ਵਿੱਚ ਕਾਇਮ ਕੀਤੇ ਜਾਣਗੇ ਤਾਂ ਮੈਂ ਸਮਝਦਾ ਵੀ ਇਹਦੇ 'ਚ ਫਿਰ ਜਿਹੜਾ ਵਾ ਦੇਸ਼ ਦਾ ਬਹੁਤ ਵੱਡਾ ਜਿਹੜਾ ਵਾ ਨੁਕਸਾਨ ਹੋਊਗਾ। ਕਿਉਂਕਿ ਜਿਹੜੇ ਸਾਡੇ ਲੋਕ ਨੇ ਸਾਹਿਬ ਕਾਂਸ਼ੀ ਰਾਮ ਤੋਂ ਬਾਅਦ ਬਹੁਜਨ ਦੀ ਗੱਲ ਕਰਨ ਵਾਲੇ, ਸਾਡੇ ਦਲਿਤ ਸਮਾਜ ਦੀ ਗੱਲ ਕਰਨ ਵਾਲਾ ਜਿਹੜਾ ਕੋਈ ਨਿਧੜਕ ਨੇਤਾ ਤਾਂ ਉਹ ਖਾਲੀ ਤੇ ਖਾਲੀ ਸਿਰਫ ਚੰਦਰ ਸ਼ੇਖਰ ਆਜ਼ਾਦ ਨੇ, ਜਿਹੜੇ ਕਿ ਹਿੱਕ ਡਾਹ ਕੇ ਜਿਹੜਾ ਆਪਣੇ ਸਮਾਜ ਦੀ ਗੱਲ ਕਰਦੇ ਨੇ। ਔਰ ਜੇ ਉਹਨਾਂ ਦਾ ਕਿਤੇ ਬਾਲ ਵੀ ਵਿੰਗਾ ਕਰਨ ਦੀ ਕਿਸੇ ਨੇ ਗੱਲ ਸੋਚੀ ਤਾਂ ਸਰਕਾਰਾਂ ਨੂੰ ਸਾਂਭਣਾ ਔਖਾ ਹੋ ਜਾਊਗਾ। ਇਦਾਂ ਦੇ ਹਾਲਾਤ ਜਿਹੜੇ ਆ ਦੇਸ਼ 'ਚ ਬਣ ਜਾਣਗੇ। ਤੁਹਾਨੂੰ ਕੀ ਲੱਗਦਾ ਹਜੇ ਤੱਕ ਕੋਈ ਬੰਦਾ ਟਰੇਸ ਨਹੀਂ ਹੋਇਆ ਉਹਦੇ ਬਾਰੇ? ਇਹਦੇ 'ਚ ਮੈਂ ਦੇਖੋ ਕੱਲ ਵੀ ਪੱਤਰਕਾਰਾਂ ਨੇ ਗੱਲ ਕੀਤੀ ਸੀ, ਮੈਂ ਇਹੀ ਗੱਲ ਇੱਥੇ ਕਹਿਣੀ ਚਾਹੁੰਦਾ ਬਈ ਜਦੋਂ ਗੋਲੀ ਚੱਲੀ ਤਾਂ ਉੱਥੇ ਆਲੇ ਦੁਆਲੇ ਵੀ, ਕਿਉਂਕਿ ਬਾਜ਼ਾਰ ਆ ਸਾਰਾ ਕੁਛ ਆ, ਇਹਦੀ ਬਕਾਇਦਾ ਇਨਕੁਆਇਰੀ ਹੋਣੀ ਚਾਹੀਦੀ ਆ। ਔਰ ਜਿਹੜੇ ਵੀ ਲੋਕ ਉੱਥੋਂ ਇਸ ਘਟਨਾ ਦੇ ਵਿੱਚ, ਮੰਦਭਾਗੀ ਘਟਨਾ 'ਚ ਨਿਕਲ ਕੇ ਜਿਹੜਾ ਵੀ ਕੁਛ ਐਂਗਲ ਨਿਕਲ ਕੇ ਆਉਂਦਾ ਉਹਦੇ ਤੇ ਉੱਥੇ ਦੀ ਸਰਕਾਰ ਨੂੰ ਨਿਰਪੱਖ ਜਾਂਚ ਕਰਾ ਕੇ ਬਕਾਇਦਾ ਉਹ ਬੰਦੇ ਜਿਹੜੇ ਦੋਸ਼ੀ ਆ ਉਹ ਅਰੈਸਟ ਕੀਤੇ ਜਾਣੇ ਚਾਹੀਦੇ ਆ। ਔਰ ਫਾਸਟ ਟਰੈਕ ਕੋਰਟ ਦੇ ਉੱਪਰ ਕੇਸ ਚਲਾ ਕੇ ਇਹਨਾਂ ਦੇ ਜਿਹੜੀ ਬਣਦੀ ਕਾਰਵਾਈ ਆ ਕਾਨੂੰਨ ਦੇ ਮੁਤਾਬਕ, ਕਿਉਂਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਬੱਚੇ ਆ, ਅਸੀਂ ਉਹਨਾਂ ਦੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਹੀ ਗੱਲ ਕਰਨੀ ਜਾਣਦੇ ਆ। ਕਿਸੇ ਦੇ ਵੀ ਨਜਾਇਜ਼ ਨਾ ਹੋਵੇ ਲੇਕਿਨ ਕੋਈ ਬਖਸ਼ਾ ਨਾ ਜਾਵੇ ਜਿਹਨੇ ਇਹ ਕਾਨੂੰਨੀ ਹਰਕਤ ਕੀਤੀ। ਨਿਰਪੱਖ ਜਾਂਚ ਹੋਣੀ ਚਾਹੀਦੀ, ਬਿਲਕੁਲ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਇਹ ਦੇਖੋ ਗੱਲ ਇਹ ਆ ਵੀ ਗੋਲੀ ਚੱਲੀ ਆ, ਗੋਲੀ ਨੇ ਤਾਂ ਦੇਖਣਾ ਨਹੀਂ ਵੀ ਅੱਗੇ ਕੌਣ ਆ, ਅੱਗੇ ਲਵਲੀ ਆ, ਚੰਦਰ ਸ਼ੇਖਰ ਆ, ਉਹ ਤਾਂ ਜਦੋਂ ਲੱਗਣੀ ਆ ਉਹ ਤੋਂ ਲੱਗ ਜਾਣੀ ਆ। ਲੇਕਿਨ ਚਲੋ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਬਚਾਅ ਹੋ ਗਿਆ, ਕਿਸੇ ਵੀ ਸਾਡੇ ਸਾਥੀ ਤੇ ਜਾਂ ਚੰਦਰ ਸ਼ੇਖਰ ਭਾਜੀ ਤੇ ਖਰੋਚ ਤੱਕ ਵੀ ਨਹੀਂ ਆਈ। ਲੇਕਿਨ ਇਹ ਬੜੀ ਨਿੰਦਾਯੋਗ ਘਟਨਾ ਇਹ। ਇਹਦਾ ਮਤਲਬ ਕੀ ਆ ਵੀ ਅਸੀਂ ਆਪਣੇ ਸਮਾਜ ਦੀ ਗੱਲ ਹੀ ਨਾ ਕਰੀਏ। ਇਹ ਉੱਥੇ ਦੀ ਜਿਹੜੀ ਲੋਕਲ ਪੁਲਿਸ ਆ, ਖਾਸ ਕਰਕੇ ਬੁਲੰਦ ਸ਼ਹਿਰ ਦੇ ਜਿਹੜੇ CEO ਆ ਜਾਂ ਜਿਹੜੇ ਉੱਥੇ ਕੋਈ ਆਫੀਸਰ ਉਸ ਵੇਲੇ ਸੀਗੇ, ਉਹਨਾਂ ਨੇ ਮੇਰਾ ਖਿਆਲ ਆ ਵੀ ਅੱਧੇ ਘੰਟੇ ਦੇ ਵਿੱਚ ਹੀ ਸਟੇਟਮੈਂਟ ਦੇਤੀ ਜੀ ਨਹੀਂ ਗੋਲੀ ਨਹੀਂ ਚੱਲੀ। ਤੇ ਇਸ ਸਟੇਟਮੈਂਟ ਬਾਰੇ ਤੁਹਾਡਾ ਕੀ ਕਹਿਣਾ? ਮੈਂ ਉਹੀ ਗੱਲ ਕਹਿਣੀ ਚਾਹੁੰਦਾ ਬਈ ਯਾਰ ਤੁਸੀਂ ਤਾਂ ਇੰਨੇ ਫਾਸਟ ਹੋ ਗਏ ਵੀ ਤੁਹਾਨੂੰ ਅੱਧੇ ਘੰਟੇ 'ਚ ਪਤਾ ਲੱਗ ਗਿਆ ਵੀ ਜੇ ਇੱਕ ਨੈਸ਼ਨਲ ਲੀਡਰ ਜਿਹੜਾ ਇੱਕ ਰਾਸ਼ਟਰੀ ਪ੍ਰਧਾਨ ਆ ਪਾਰਟੀ ਦੇ, ਉਹ ਕਹਿ ਰਹੇ ਨੇ ਵੀ ਗੋਲੀ ਚੱਲੀ, ਉਹ 150-200 ਗੱਡੀਆਂ ਦਾ ਕਾਫਲਾ ਜਾ ਰਿਹਾ ਸੀਗਾ। ਉਹ ਯਾਰ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਉੱਥੇ ਇਨਕੁਆਇਰੀ ਕਰਾ ਲਓ। ਤੁਸੀਂ ਪੁਲਿਸ ਪ੍ਰਸ਼ਾਸਨ ਆ, ਸ਼ਾਸਨ ਆ, ਉੱਥੇ ਸਰਕਾਰ ਆ ਬਕਾਇਦਾ, ਚਾਹੇ ਕਿਸੇ ਵੀ ਪਾਰਟੀ ਦੀ ਹੋਵੇ, ਲੇਕਿਨ ਇੱਕ ਉਹਨਾਂ ਕੋਲੇ ਦਾਇਰਾ ਹੁੰਦਾ ਵਾ। ਕਿਉਂ ਨਹੀਂ ਤੁਸੀਂ ਉਸ ਗੱਲ ਦੀ ਤੁਸੀਂ ਜਾਂਚ ਪੜਤਾਲ ਕਰਕੇ ਨਿਰਪੱਖ ਜਾਂਚ ਕਰਾਉਣੀ ਚਾਹੁੰਦੇ? ਮੈਂ ਇਸ ਗੱਲ ਦੇ ਵੀ ਵਾਜਿਦ ਹਾਂ ਵੀ ਜੇ ਕੁਝ ਘਟਨਾ ਇਦਾਂ ਦੀ ਘਟੀ ਆ ਮੰਦਭਾਗੀ ਘਟਨਾ ਘਟੀ ਆ, ਉਹਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਆ। ਔਰ ਜਾਂਚ ਹੋਣ ਤੋਂ ਬਾਅਦ ਮੈਂ ਇਹ ਵੀ ਕੇਂਦਰ ਸਰਕਾਰ ਨੂੰ ਅਪੀਲ ਵੀ ਕਰਨੀ ਚਾਹੁੰਦਾ ਆਪਣੇ ਵੱਲੋਂ ਵੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਆ ਐਡਵੋਕੇਟ ਚੰਦਰ ਸ਼ੇਖਰ ਜੀ, ਉਹਨਾਂ ਨੂੰ ਬਕਾਇਦਾ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਜੇ ਇੱਕ ਕੰਗਣਾ ਰਣੌਤ ਨੂੰ Y+ ਸਿਕਿਉਰਿਟੀ ਦਿੱਤੀ ਜਾ ਸਕਦੀ ਆ ਤੇ ਇਹ ਜਿਹੜੇ ਸਾਡੇ ਚੰਦਰ ਸ਼ੇਖਰ ਨੇ, ਕਿਉਂਕਿ ਇਹ ਦਲਿਤ ਸਮਾਜ ਜਿਹੜਾ ਵਾ ਜਾਂ ਜਿਹੜੇ ਮਿਨੋਰਟੀਜ਼ ਨੇ, ਘੱਟ ਗਿਣਤੀਆਂ ਨੇ, ਇਹਨਾਂ ਦਾ ਇੱਕ ਉੱਭਰਦਾ ਚਿਹਰਾ, ਇੱਕ ਉੱਦਾਂ ਦਾ ਚਿਹਰਾ ਵੀ ਜਿਹੜਾ ਦੇ ਮਗਰ ਲੋਕ ਲਾਮਬੰਦ ਹੋ ਰਹੇ ਨੇ। ਇਹ ਲਾਮਬੰਦੀ ਜਿਹੜੀ ਆ ਇਹ ਕਿਉਂਕਿ ਪੋਲਿਟਿਕਸ ਦੇ ਵਿੱਚ ਬਹੁਤ ਭਾਰੀ ਜਿਹੜਾ ਇਹਦਾ ਇੱਕ ਜਿਹੜਾ ਮੈਂ ਸਮਝਦਾ ਵਾਂ ਉਥਲ ਪੁਥਲ ਕਰਨ ਵਾਲੀ ਇਹ ਗੇਮ ਚੱਲ ਰਹੀ ਆ। ਇਹਦੇ 'ਚ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਵਾ ਤਾਂ ਦੇਸ਼ ਦੇ ਜਿਹੜੇ ਹਾਲਾਤ ਜਿਹੜੇ ਸਾਡੇ ਅੱਖਾਂ ਸਾਹਮਣੇ ਸਾਨੂੰ ਦਿਖ ਰਹੇ ਆ ਵੀ ਜੇ ਉਹ ਹਾਲਾਤ ਜੇ ਬਣਨਗੇ ਤਾਂ ਫਿਰ ਉਹਦੀ ਜ਼ਿੰਮੇਵਾਰੀ ਕੇਂਦਰ ਦੀ ਹੋਊਗੀ। ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਵੀ ਇਹ ਅਪੀਲ ਕਰਨੀ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਬਣਦੀ ਜਿਹੜੀ ਸਿਕਿਉਰਿਟੀ ਆ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਉੱਪਰ ਕੋਈ ਵੀ ਕਿਸੇ ਕਿਸਮ ਦਾ ਵੀ ਹਮਲਾ ਜਿਹੜਾ ਹੋਇਆ ਹੈ, ਕਿਸੇ ਨੇ ਕਾਨੂੰਨੀ ਹਰਕਤ ਕੀਤੀ ਆ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਕਿਉਂਕਿ ਸਾਨੂੰ ਹਜੇ ਉਹਨਾਂ ਦਾ ਪ੍ਰੋਪਰ ਪਤਾ ਵੀ ਨਹੀਂ ਕਿਹਨੇ ਕੀਤਾ ਉਹ, ਲੇਕਿਨ ਜਿਹਨੇ ਵੀ ਕੀਤਾ ਇਹ ਮੰਦਭਾਗੀ ਘਟਨਾ ਔਰ ਮੈਂ ਇਹਦੀ ਨਿੰਦਾ ਕਰਦਾ ਔਰ ਮੈਂ ਅਪੀਲ ਵੀ ਕਰਦਾ ਯੂਪੀ ਸਰਕਾਰ ਨੂੰ ਵੀ, ਕੇਂਦਰ ਸਰਕਾਰ ਨੂੰ ਵੀ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਜਿਹੜਾ ਸਾਡੇ ਨੇਤਾ ਵਾ ਉਹ ਅਮਨੋ ਅਮਾਨ ਦੇ ਨਾਲ ਜਿਹੜਾ ਵਾ ਆਪਣੀ ਪਾਰਟੀ ਨੂੰ, ਆਪਣੇ ਕਾਫਲੇ ਨੂੰ ਮੰਜ਼ਿਲੇ ਮਕਸੂਦ ਵਾਲੇ ਪਾਸੇ ਲੈ ਕੇ ਜਾ ਸਕਣ।
ਅਗਰ ਲਵਲੀ ਜੀ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਯੂਪੀ ਬਿਹਾਰ ਦੇ ਵਿੱਚ ਜੋ ਬੱਚੀਆਂ ਨੂੰ ਲੈ ਕੇ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਸੀਗੀਆਂ। ਗੈਂਗ ਰੇਪ ਲਗਾ ਲਈਏ, ਮਨੀਸ਼ਾ ਗੈਂਗ ਰੇਪ ਹੋਇਆ, ਨਿਰਭਇਆ ਕਾਂਡ ਹੋਇਆ, ਸੰਜਲੀ ਰੇਪ ਹੋਇਆ, ਇਦਾਂ ਦੀਆਂ ਘਟਨਾਵਾਂ ਜੋ ਪੰਜਾਬ ਤੋਂ ਬਾਹਰ ਸੀਗੀਆਂ। ਪਰ ਹੁਣ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਚਲਦੀ ਗੱਡੀ ਦੇ ਵਿੱਚ ਗੈਂਗ ਰੇਪ ਹੋਇਆ ਕੁੜੀ ਨਾਲ, ਬੱਚੀ ਨਾਲ। ਉਸ ਤੋਂ ਪਹਿਲਾਂ ਤੱਲਣ ਪਿੰਡ ਦੇ ਵਿੱਚ ਇੱਕ ਨਾਬਾਲਿਗ ਬੱਚੀ ਦੇ ਨਾਲ ਰੇਪ ਹੋਇਆ ਔਰ 70 ਸਾਲ ਦੇ ਬਜ਼ੁਰਗ ਵੱਲੋਂ ਉਸ ਕੁੜੀ ਦੇ ਨਾਲ ਰੇਪ ਕੀਤਾ ਗਿਆ। ਉਸ ਤੋਂ ਬਾਅਦ ਹੁਣ ਤਾਜ਼ੀ ਘਟਨਾ ਆ ਟਾਂਡੇ ਦੀ, ਔਰ ਉਸ ਜਗ੍ਹਾ ਦੇ ਉੱਤੇ ਇੱਕ 6 ਸਾਲਾ ਬੱਚੀ ਨਾਲ ਰੇਪ ਕਰਕੇ ਉਹਨੂੰ ਜਲਾ ਦਿੱਤਾ ਗਿਆ ਔਰ ਦਾਦਾ ਪੋਤਾ ਜੋ ਆ ਪੁਲਿਸ ਦੀ ਹਿਰਾਸਤ ਦੇ ਵਿੱਚ ਵੀ ਆ। ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਆ ਕਿ ਆਜ਼ਾਦ ਸਮਾਜ ਪਾਰਟੀ ਕੀ ਸੋਚਦੀ ਇਹਨਾਂ ਬਾਰੇ, ਕਮੀ ਕਿੱਥੇ ਆ ਰਹੀ ਆ? ਪ੍ਰਸ਼ਾਸਨ 'ਚ ਕਮੀ ਆ, ਲੀਡਰਾਂ ਦੇ ਵਿੱਚ ਕਮੀ ਆ, ਲੋਕਾਂ ਦੇ ਵਿੱਚ ਕਮੀ ਆ, ਜਾਂ ਅਵੇਅਰਨੈਸ 'ਚ? ਕੀ ਤੁਹਾਨੂੰ ਕੀ ਲੱਗਦਾ? ਇਹ ਗੱਲ ਤੁਹਾਡੀ ਬਿਲਕੁਲ ਵਾਜਬ ਆ। ਮਾਹੌਲ ਜੇ ਗੱਲ ਕਰੀਏ, ਮਾਹੌਲ ਤਕਰੀਬਨ ਬਰਾਬਰ ਹੋ ਰਿਹਾ। ਪੰਜਾਬ ਇੱਕ ਖੁਸ਼ਹਾਲ ਸੂਬਾ ਆ ਔਰ ਅੱਜ ਉਸ ਸੂਬੇ ਦੇ ਵਿੱਚ ਵੀ ਇਸ ਤਰੀਕੇ ਹੋਣਾ ਸ਼ੁਰੂ ਹੋ ਗਿਆ। ਦੇਖੋ, ਜਿਹਨੇ ਕੁਛ ਇੱਦਾਂ ਦੀ ਕਾਰਵਾਈ ਕਰਨੀ ਹੁੰਦੀ ਆ ਨਾ, ਉਹ ਨਾ ਤਾਂ ਸੂਬਾ ਦੇਖਦਾ, ਨਾ ਮਜ਼ਹਬ ਦੇਖਦਾ, ਨਾ ਧਰਮ ਦੇਖਦਾ। ਜਿਹੜੀ ਤੁਸੀਂ ਯੂਪੀ ਬਿਹਾਰ ਦੇ ਨਾਲ ਪੰਜਾਬ ਨੂੰ ਤੁਸੀਂ ਮਿਲਾਇਆ ਵਾ, ਜਾਂ ਪੰਜਾਬ ਦੀ ਗੱਲ ਕਰਦੇ ਹੋ, ਤੁਸੀਂ ਕਿਸੇ ਜਗ੍ਹਾ ਕਿਸੇ ਹੱਦ ਤੱਕ ਆਪਣੀ ਗੱਲ 'ਚ ਬੜੇ ਵਾਜਬ ਹੋ, ਕਿਉਂਕਿ ਪਿਛਲੇ ਦਿਨੀ ਲਗਾਤਾਰ ਅਸੀਂ ਦੇਖ ਰਹੇ ਹਾਂ ਵੀ ਜਿਹੜੀਆਂ ਇਹ ਹਰਕਤਾਂ ਪੰਜਾਬ 'ਚ ਵੱਧ ਰਹੀਆਂ ਨੇ। ਸਾਰੇ ਤੁਸੀਂ ਨਾਂ ਗਿਣਾਤੇ ਆ। ਅੱਜ ਜਿਹੜੀ ਤਾਜ਼ੀ ਘਟਨਾ ਹੋਈ ਆ ਟਾਂਡੇ ਦੀ ਹੋਈ ਆ, ਜਿਹਦੇ 'ਚ 6 ਸਾਲ ਦੀ ਇੱਕ ਬੱਚੀ ਦੇ ਨਾਲ ਜਿਹੜਾ ਰੇਪ ਕਰਨ ਤੋਂ ਬਾਅਦ ਉਸ ਬੇਟੀ ਨੂੰ ਜਲਾ ਦਿੱਤਾ ਗਿਆ ਔਰ ਪੁਲਿਸ ਨੇ 24 ਘੰਟੇ ਦੇ ਵਿੱਚ ਉਹ ਜਿਹੜੇ ਦੋਸ਼ੀ ਸੀ ਉਹ ਗ੍ਰਿਫਤਾਰ ਕੀਤੇ ਔਰ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਉਹ ਚੱਲ ਰਹੀ ਆ। ਲੇਕਿਨ ਇੱਥੇ ਦੇਖਣ ਵਾਲੀ ਗੱਲ ਇਹ ਆ ਵੀ ਇਹ ਜਿਹੜੇ ਅਨਸਰ ਨੇ, ਜਿਹੜੇ ਇਹ ਸਮਾਜ ਵਿਰੋਧੀ ਲੋਕ ਨੇ ਜਾਂ ਤਾਕਤਾਂ ਨੇ, ਇਹਨਾਂ ਨੇ ਕੀ ਇਹ ਸਾਡੇ ਪੰਜਾਬ ਦੀ ਮਾਨਸਿਕਤਾ ਨਹੀਂ ਹੈ? ਇਹ ਮੈਂ ਸਿੱਧੀ ਜੀ ਗੱਲ ਕਹੂੰਗਾ ਵੀ ਸਾਡੇ ਪੰਜਾਬੀ ਲੋਕ ਜਿਹੜੇ, ਜਿਹਨੂੰ ਅਸੀਂ ਕਹਿ ਦਈਏ ਵੀ ਜੁਝਾਰੂ ਲੋਕ ਆ ਨਾ, ਇਹ ਉਹਨਾਂ ਦੀ ਮਾਨਸਿਕਤਾ ਨਹੀਂ ਹੈ। ਇਹ ਕਿਤੇ ਨਾ ਕਿਤੇ ਮੈਂ ਸਮਝਦਾ ਵਾਂ ਬਈ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਇਹ ਘਟਨਾਵਾਂ ਜਿਹੜੀਆਂ ਘਟ ਰਹੀਆਂ ਨੇ ਔਰ ਸਰਕਾਰ ਨੂੰ ਵੀ ਇਹਦੇ ਤੇ ਬਹੁਤ ਹੀ ਬਰੀਕੀ ਦੇ ਨਾਲ ਜਿਹੜਾ ਵਾ ਸੋਚ ਵਿਚਾਰ ਕਰਕੇ ਇਹਨੂੰ ਸਾਰੀ ਨੂੰ ਦੇਖਣਾ ਚਾਹੀਦਾ। ਸਰਕਾਰ ਕੋਲੇ ਇੰਟੈਲੀਜੈਂਸ ਆ, CID ਆ, ਪੁਲਿਸ ਆ, ਪ੍ਰਸ਼ਾਸਨ ਆ, ਸਾਰਾ ਕੁਝ ਆ ਸਰਕਾਰ ਕੋਲੇ। ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ, ਕਿਉਂਕਿ ਉਹਦੇ ਨਾਲ ਸਰਕਾਰ ਦਾ ਅਕਸ ਨਹੀਂ ਖਰਾਬ ਹੋ ਰਿਹਾ, ਪੂਰੇ ਪੰਜਾਬ ਦਾ, ਪੰਜਾਬੀਅਤ ਦਾ ਜਿਹੜਾ ਅਕਸ ਆ ਉਹ ਖਰਾਬ ਹੋ ਰਿਹਾ। ਸੋ ਇਹਦੇ ਲਈ ਇਹ ਬਹੁਤ ਮੰਦਭਾਗੀ ਘਟਨਾ ਨੇ। ਤੁਸੀਂ ਆਹ ਘਟਨਾਵਾਂ ਜਿਹੜੀਆਂ ਦੱਸੀਆਂ ਨੇ ਇਹ ਤਾਂ ਹੋਈਆਂ ਹੀ ਬਹੁਤ ਮੰਦਭਾਗੀ ਆ। ਪਿੱਛੇ ਜੇ ਜਲਾਲਾਬਾਦ ਦੇ ਵਿੱਚ ਉਹ ਸਾਡਾ ਇੱਕ ਵਿਚਾਰਾ ਨੌਜਵਾਨ ਸਾਥੀ ਸੀ ਦਲਿਤ, ਤਾਂ ਉਹਦੇ 3-4 ਲੋਕਾਂ ਨੇ ਉਹਨੂੰ ਕੁੱਟਿਆ ਮਾਰਿਆ, ਨਾਲੇ ਉਹਨੂੰ ਪਿਸ਼ਾਬ ਪਿਲਾਇਆ। ਸਾਡੀ ਟੀਮ ਉੱਥੇ ਬਲਕਿ ਕੰਮ ਕਰ ਰਹੀ ਆ, ਸਾਡੇ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ ਦੇ ਸਾਥੀ, ਉਹਦੀ ਬਕਾਇਦਾ ਉੱਥੇ ਜਿਹੜੀ ਆ ਉਹ ਟੀਮ ਸਾਡੀ ਲੱਗੀ ਹੋਈ ਆ। ਲੇਕਿਨ ਇਹ ਕਿਤੇ ਨਾ ਕਿਤੇ ਜਿਹੜੀਆਂ ਘਟਨਾਵਾਂ ਨੇ ਇਹ ਪੰਜਾਬ ਨੂੰ ਬਦਨਾਮ ਕਰਨ ਵਾਲੇ ਪਾਸੇ ਲੈ ਕੇ ਜਾ ਰਹੀਆਂ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕਦੀ ਵੀ ਇੱਦਾਂ ਦਾ ਇੰਸੀਡੈਂਟ ਨਹੀਂ ਸੀ ਹੋਇਆ ਵੀ ਕਿਸੇ ਨੂੰ ਜਬਰਨ ਪਿਸ਼ਾਬ ਪਿਲਾਇਆ ਗਿਆ ਹੋਵੇ ਜਾਂ ਕੁਝ ਇੱਦਾਂ ਦੀ ਘਟਨਾ ਘਟੀ ਹੋਵੇ। ਮੈਂ ਤਾਂ ਸੁਣ ਕੇ ਹੈਰਾਨ ਹੁੰਨਾ ਕਈ ਵਾਰੀ ਵੀ ਇਹ ਪੰਜਾਬ ਕਿਹੜੇ ਪਾਸੇ ਨੂੰ ਜਾ ਰਿਹਾ। ਸੋ ਇਹਦੇ 'ਚ ਪੰਜਾਬ ਸਰਕਾਰ ਨੂੰ, ਇਹਨਾਂ ਦੀਆਂ ਸਾਰੀਆਂ ਏਜੰਸੀਜ਼ ਨੂੰ, ਇੰਟੈਲੀਜੈਂਸ ਨੂੰ ਖਾਸ ਕਰਕੇ ਇਹ ਦੇਖਣਾ ਚਾਹੀਦਾ, ਲੋਕਲ ਇੰਟੈਲੀਜੈਂਸ ਨੂੰ ਵੀ ਦੇਖਣਾ ਚਾਹੀਦਾ ਵੀ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਨੂੰ ਕਿੱਦਾਂ ਨੱਥ ਪਾਈ ਜਾ ਸਕਦੀ ਆ। ਕਿਉਂਕਿ ਜਿਹੜਾ ਦੇਖੋ ਇਹ ਸਮਾਜ ਜਦੋਂ ਇੱਕ ਵਿਚਰਦਾ ਨਾ ਜੀ, ਸਮਾਜ ਜਦੋਂ ਨਿਕਲਦਾ ਵਾ ਤਾਂ ਉਹ ਖਾਲੀ ਦਲਿਤ ਸਮਾਜ ਜਾਂ ਜੱਟ ਭਾਈਚਾਰਾ ਜਾਂ ਕੋਈ ਅਦਰਸ ਦੀ ਗੱਲ ਨਹੀਂ ਹੁੰਦੀ ਹੈਗੀ, ਉਹ ਇੱਕ ਗੱਲ ਹੁੰਦੀ ਪੰਜਾਬੀ ਭਾਈਚਾਰੇ ਦੀ। ਇਹਦੇ 'ਚ ਸਮੁੱਚਾ ਪੰਜਾਬੀ ਭਾਈਚਾਰਾ ਜਿਹੜਾ ਔਰ ਤੇ ਟਾਰਗੇਟ ਹੋ ਰਿਹਾ ਉਹ ਵੀ ਯਾਰ ਪੰਜਾਬ ਦੇ ਵਿੱਚ ਆ ਹਰਕਤਾਂ ਹੋਣ ਲੱਗੀਆਂ, ਕਿਉਂਕਿ ਸਾਡੇ ਪੰਜਾਬੀ ਇਸ ਗੱਲ ਤੋਂ ਦੂਰ ਹੀ ਰਹਿੰਦੇ ਨੇ। ਕਿਉਂਕਿ ਪੰਜਾਬ ਜਿਹੜਾ ਪੀਰਾਂ ਪੈਗੰਬਰਾਂ ਦੀ ਧਰਤੀ ਆ, ਸਾਡੇ ਮਹਾਂਪੁਰਸ਼ਾਂ ਨੇ ਜਨਮ ਲਏ ਨੇ ਇੱਥੇ, ਸਾਡੇ ਸ਼ਹੀਦ ਭਗਤ ਸਿੰਘ ਵਰਗੇ ਯੋਧੇ, ਊਧਮ ਸਿੰਘ ਵਰਗੇ ਯੋਧੇ ਪੈਦਾ ਹੋਏ ਨੇ ਜਿਸ ਧਰਤੀ ਤੇ। ਉੱਥੇ ਇੱਦਾਂ ਦੇ ਮੈਂ ਸਮਝਦਾ ਵੀ ਜਿਹੜੇ ਨਾ ਕਾਬਿਲੇ ਗੌਰ, ਇਹ ਨਾ ਕਾਬਲ ਜਿਹੜੀਆਂ
ਕਹਿ ਦੇਵਾਂ ਵੀ ਹਰਕਤਾਂ ਜਿਹੜੀਆਂ ਹੋ ਰਹੀਆਂ ਨੇ, ਇਹਨਾਂ ਚੀਜ਼ਾਂ ਨੂੰ ਦੇਖਣਾ ਪੈਣਾ। ਸੋ ਇਸ ਕਰਕੇ ਸਾਨੂੰ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਲਈ ਹੰਭਲਾ ਮਾਰਨਾ ਪਊਗਾ ਵੀ ਜਿਹੜੇ ਤੁਹਾਡੇ ਆਲੇ ਦੁਆਲੇ ਕੋਈ ਮਾੜੇ ਅੰਸਰ ਤੁਹਾਨੂੰ ਦਿਖਦੇ ਨੇ, ਉਹਨੂੰ ਵੀ ਤੁਸੀਂ ਥੋੜ੍ਹਾ ਧਿਆਨ ਕਰੋ, ਔਰ ਸਰਕਾਰਾਂ ਦੀਆਂ ਔਰ ਖਾਸ ਕਰਕੇ ਜਿਹੜੀ ਲੋਕਲ ਪੁਲਿਸ ਆ ਜਾਂ ਜਿਹੜੀ ਲੋਕਲ ਇੰਟੈਲੀਜੈਂਸ ਆ, ਉਹਨੂੰ ਵੀ ਇਹਦੇ 'ਚ ਧਿਆਨ ਦੇਣ ਦੀ ਜ਼ਰੂਰਤ ਆ ਤਾਂ ਜੋ ਇਹ ਤਸ਼ੱਦਦ ਪੰਜਾਬ 'ਚ ਨਾ ਵੱਧ ਸਕੇ। ਕਿਤੇ ਨਾ ਕਿਤੇ ਜੋ ਇਸ ਤਰੀਕੇ ਦੀਆਂ ਘਟਨਾਵਾਂ ਹੋ ਰਹੀਆਂ, ਬਹੁਤ ਸਾਰੀਆਂ ਘਟਨਾਵਾਂ ਆ, ਜੇ ਆਪਾਂ ਬਿਆਨ ਕਰੀਏ ਤਾਂ ਬਹੁਤ ਜ਼ਿਆਦਾ ਘਟਨਾਵਾਂ ਆ ਜੋ ਪੰਜਾਬ ਨੂੰ, ਜੇ ਇੱਕ ਗੱਲ ਕਰੀਏ, ਕਲੰਕਿਤ ਕਰਨ ਵੱਲ ਨੂੰ ਲੈ ਕੇ ਜਾ ਰਹੀਆਂ। ਕੁਛ ਇੱਦਾਂ ਵੀ ਹੁੰਦਾ ਆ ਕਿ ਦੋਸ਼ੀ ਜੋ ਆ ਬਹੁਤ ਲੰਮਾ ਸਮਾਂ ਲੱਗਦਾ ਆ ਇਨਸਾਫ ਦੇ ਲਈ, ਜਾਂ ਤਾਂ ਜੋ ਪੀੜਤ ਹੁੰਦੇ ਆ ਇਨਸਾਫ ਮੰਗਦੇ ਉਹ ਥੱਕ ਜਾਂਦੇ ਆ, ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਜੋ ਦੋਸ਼ੀ ਹੁੰਦੇ ਆ ਕਚਹਿਰੀਆਂ ਦੇ ਚੱਕਰ ਲਾ ਕੇ ਮੁੜ ਕੇ ਉਹ ਕੇਸ ਰਫਾ ਦਫਾ ਵੀ ਹੋ ਜਾਂਦੇ। ਬਹੁਤ ਸਾਰੇ ਕੇਸ ਇੱਦਾਂ ਦੇ ਵੀ ਆ, ਬਹੁਤ ਸਾਰੇ ਕੇਸਾਂ ਦੇ ਵਿੱਚ ਬਰੀ ਹੋ ਜਾਂਦੇ ਆ। ਕੁਛ ਇੰਨੇ ਲੰਬੇ ਕੇਸ ਚੱਲਦੇ ਆ ਕਿ ਜੋ ਪੀੜਤ ਆ ਖੁਦ ਅੱਕ ਕੇ ਬੈਠ ਜਾਂਦੇ ਆ। ਔਰ ਜ਼ਿਆਦਾਤਰ ਜਿਹੜੇ ਇਹ ਘਟਨਾਵਾਂ ਹੋ ਰਹੀਆਂ ਗਰੀਬ ਲੋਕਾਂ ਨਾਲ ਹੋ ਰਹੀਆਂ ਆ, ਜੋ ਰੋਟੀ ਲਈ ਵੀ ਮੁਹਤਾਜ ਆ। ਇਹਨਾਂ ਬਾਰੇ ਤੁਹਾਡਾ ਕੀ ਕਹਿਣਾ? ਇਹ ਬਿਲਕੁਲ ਤੁਹਾਡੀ ਗੱਲ ਠੀਕ ਆ, ਕਿਉਂਕਿ ਜਿਹੜਾ ਸਾਡਾ ਇੱਕ ਸਟਰਕਚਰ ਆ, ਜਿਹੜਾ ਇੱਕ ਕੋਰਟ ਦਾ ਸਿਸਟਮ ਆ, ਹੁਣ ਇਹ ਫਾਸਟ ਟਰੈਕ ਕੋਰਟ ਦਾ ਵੀ ਚੱਲ ਪਿਆ ਵਾ। ਇਹ ਬੜੀ ਵਾਜਬ ਜੀ ਗੱਲ ਆ ਵੀ ਅੱਗੇ ਕੋਈ ਕੇਸ ਹੁੰਦਾ ਸੀਗਾ ਤਾਂ 10-15 ਸਾਲ ਟਰਾਇਲ ਉਹਦਾ ਘੱਟੋ ਘੱਟ ਚੱਲਦਾ, ਜਿਹਦੇ 'ਚ ਥੱਕ ਹਾਰ ਕੇ ਲੋਕ ਫਿਰ ਵਿਆਹ ਹੀ ਜਾਂਦੇ ਨੇ ਵੀ ਛੱਡ, ਜੋ ਹੋਊਗਾ ਦੇਖੀ ਜਾਊਗੀ, ਹੈ ਨਾ। ਲੇਕਿਨ ਹੁਣ ਇਹ ਪ੍ਰੋਵੀਜ਼ਨ ਆਈ ਆ ਵੀ ਫਾਸਟ ਟਰੈਕ ਕੋਰਟ ਜਿਹੜੀ ਆ ਉਹ 'ਤੇ ਕੇਸਿਸ ਚੱਲਦੇ ਨੇ। ਔਰ ਇਹ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੂੰਗਾ ਵੀ ਜਿਹੜੀਆਂ ਅਦਾਲਤੀ ਕੰਮ ਨੇ, ਜਿੱਥੇ ਤਾਂ ਹੁਣ ਜੱਜਿਸ ਦੀ ਕਮੀ ਆ, ਜੱਜਿਸ ਘੱਟ ਨੇ, ਕੇਸਿਸ ਜ਼ਿਆਦਾ ਨੇ, ਉਹ ਅੱਗੇ ਦੀ ਅੱਗੇ ਤਰੀਕਾਂ ਪਾ ਕੇ ਉਹਨੂੰ ਟਾਲੀ ਜਾਂਦੇ ਵੀ ਕੋਈ ਨਹੀਂ, ਨਿਕਲੀ ਜਾਏ, ਕੋਈ ਗੱਲ ਨਹੀਂ। ਲੇਕਿਨ ਇਹਨੂੰ ਕਮੀ ਨੂੰ ਦੂਰ ਕਰਨਾ ਵੀ ਸਰਕਾਰ ਦਾ ਮੁੱਢਲਾ ਫਰਜ਼ ਆ, ਔਰ ਇਹ ਕੇਂਦਰ ਸਰਕਾਰ ਦੇ ਜਿਹੜਾ ਅਧੀਨ ਇਹ ਸਾਰੀ ਆਉਂਦੀ ਆ। ਔਰ ਅਸੀਂ ਇਹ ਕਹਿਣਾ ਚਾਹੂੰਗਾ ਇੱਥੇ ਮੈਂ ਬਈ ਇਹ ਜਿਹੜਾ ਗਰੀਬ ਗੁਰਬੇ ਨੇ, ਔਰ ਭਾਰਤ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਕੇਸਿਸ ਹੁੰਦੇ ਨੇ, ਮੋਸਟਲੀ ਇਹ ਬੱਚਿਆਂ ਦੇ ਨਾਲ ਜਿਹੜਾ ਕਾਨੂੰਨੀਆਂ ਹਰਕਤਾਂ ਹੋ ਰਹੀਆਂ ਨੇ, ਉਹ ਬਿਲੋ ਪਾਵਰ ਲਾਈਨ ਜਾਂ ਜਿਹਨੂੰ ਕਹਿ ਦਈਏ ਇਕਨੋਮਿਕਲੀ ਵੀਕਰ ਸੈਕਸ਼ਨ, ਇਹ ਉਹਨਾਂ ਦੇ ਬੱਚਿਆਂ ਨਾਲ ਜਾਂ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਤਸ਼ੱਦਦ ਢਾਇਆ ਜਾਂਦਾ ਹੈ। ਔਰ ਸਰਕਾਰ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਜਿੱਥੇ ਅਸੀਂ ਫਾਈਨੈਂਸ਼ੀਅਲੀ ਮਦਦ ਕਰਨੀ ਆ, ਉਹਨਾਂ ਨੂੰ ਬਕਾਇਦਾ ਸਿਕਿਉਰਿਟੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ। ਇਹਦੇ ਨਾਲ ਹੀ ਜਿਹੜੇ ਕੇਸਿਸ ਨੇ, ਇਹ ਸਪੈਸ਼ਲ ਕੋਰਟ ਚਾਹੇ ਕਿਉਂ ਨਾ ਬਣਾਉਣੀ ਪਵੇ, ਇੱਕ ਸਪੈਸ਼ਲ ਫਾਸਟ ਟਰੈਕ ਕੋਰਟ ਬਣੇ ਜਿਹਦੇ ਉੱਪਰ ਇਹ ਸਾਰਾ ਜਿਹੜੇ ਕੇਸਿਸ ਨੇ ਇਹ 3-4 ਮਹੀਨੇ ਦੇ ਵਿੱਚ ਹੀ ਇਹਦਾ ਖਾਤਮਾ ਹੋਣਾ ਚਾਹੀਦਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ, ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਇੱਦਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਦੁਬਾਰਾ ਕਿਸੇ ਦਾ ਇੱਦਾਂ ਇਸ ਵਾਲੇ ਪਾਸੇ ਨੂੰ ਧਿਆਨ ਹੀ ਨਾ ਜਾਵੇ ਵੀ ਅਸੀਂ ਇੱਦਾਂ ਦੀ ਹਰਕਤ ਵੀ ਕਰਨੀ ਆ ਕੋਈ। ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਦਾ ਇਹ ਅਧੀਨ ਸਾਰਾ ਆਉਂਦਾ, ਅਤੇ ਮੈਂ ਬੇਨਤੀ ਵੀ ਕਰਨੀ ਚਾਹੂੰਗਾ ਵੀ ਤੁਸੀਂ ਜਿਹੜੇ ਜੱਜਿਸ ਦੀ ਕਮੀ ਆ, ਦੇਸ਼ ਭਰ ਦੇ ਵਿੱਚ ਕਮੀ ਆ, ਅਦਾਲਤਾਂ ਦੇ ਜਿਹੜੀਆਂ ਸਾਡੇ ਹੈਗੀਆਂ ਬਹੁਤ ਘੱਟ ਨੇ, ਕੇਸਿਸ ਬਹੁਤ ਜ਼ਿਆਦਾ ਹੋ ਰਹੇ ਨੇ, ਪੈਂਡਿੰਗ ਕੇਸ ਪਏ ਆ ਹਾਈ ਕੋਰਟ ਦੇ ਵਿੱਚ 8-8 10-10 ਸਾਲ ਪਏ ਰਹਿੰਦੇ ਨੇ ਕੇਸ, ਸੁਪਰੀਮ ਕੋਰਟ ਦਾ ਵੀ ਇਹੀ ਹੈ। ਸੋ ਕਹਿਣ ਤੋਂ ਮੇਰਾ ਭਾਵ ਇਹੀ ਆ ਵੀ ਜਿਹੜੇ ਜੱਜਿਸ ਦੀ ਸਾਡੀ ਘਾਟ ਆ ਉਹਨੂੰ ਇਹ ਪੂਰਾ ਕੀਤਾ ਜਾਵੇ, ਅਦਾਲਤਾਂ ਬਣਾਈਆਂ ਜਾਣ ਜ਼ਿਆਦਾ, ਫਾਸਟ ਟਰੈਕ ਕੋਰਟ ਜਿਹੜੀਆਂ ਜ਼ਿਆਦਾ ਬਣਾਈਆਂ ਜਾਣ ਤਾਂ ਜੋ ਕੇਸਿਸ ਜਿਹੜੇ ਆ ਛੇਤੀ ਤੋਂ ਛੇਤੀ ਨਿਪਟਾਏ ਜਾਣ, ਤਾਂ ਜੋ ਲੋਕਾਂ ਨੂੰ ਇਨਸਾਫ ਜਿਹੜਾ ਵਾ ਮਿਲ ਸਕੇ। ਅਗਰ ਗੱਲ ਕਰੀਏ ਲਵਲੀ ਜੀ, ਆਪਣੇ ਪੰਜਾਬ ਦੇ ਵਿੱਚ ਜੋ ਕਿਸਾਨ ਥਾਂ ਦੇ ਉੱਤੇ ਮੋਰਚੇ ਲਗਾਏ ਹੋਏ ਕਿਸਾਨਾਂ ਨੇ, ਸੰਘਰਸ਼ ਕਰ ਰਹੇ ਆ। ਜਿਹੜਾ ਕਿਸਾਨ ਅੰਨ ਉਗਾਉਂਦਾ, ਆਪਾਂ ਅੰਨਦਾਤਾ ਕਹਿੰਦੇ ਉਹਨੂੰ, ਅੱਜ ਉਹੀ ਅੰਨਦਾਤਾ ਇਨਸਾਫ ਦੇ ਲਈ ਮੋਰਚੇ ਲਗਾ ਰਿਹਾ ਆ। ਔਰ ਜੋ ਇਹ ਬਿੱਲ ਪਾਸ ਹੋ ਰਹੇ ਆ ਤੇ ਇਹਨਾਂ ਵੱਲ ਗੌਰ ਨਹੀਂ ਕੀਤੀ ਜਾ ਰਹੀ ਦੁਬਾਰਾ ਤੋਂ, ਕਿਉਂਕਿ ਗੱਲ ਕਰੀਏ ਆਰਡੀਨੈਂਸ ਔਰ ਬਿੱਲ ਦੀ, ਇਹ ਲੋਕਾਂ ਦੇ ਲਈ ਪਾਸ ਹੁੰਦੇ ਆ, ਪਰ ਲੋਕ ਇਹਨਾਂ ਦੇ ਵਿਰੁੱਧ ਆ। ਕੀ ਲੱਗਦਾ ਤੁਹਾਨੂੰ? ਇਹ ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਆ ਨਾ, ਮੈਂ ਪਿਛਲੀ ਜਿਹੜੀ 24 ਨਿਕਲੀ ਸਤੰਬਰ ਜੀ, ਅਸੀਂ ਪੰਜਾਬ ਦੇ 22 ਹੈੱਡਕੁਆਟਰਸ ਜਿੱਥੇ ਡੀਸੀ ਬੈਠਦੇ ਨੇ ਜਾਂ ਐਸਡੀਐਮ ਬੈਠਦੇ ਨੇ, ਆਜ਼ਾਦ ਸਮਾਜ ਪਾਰਟੀ ਵੱਲੋਂ ਤੇ ਭੀਮ ਆਰਮੀ ਵੱਲੋਂ ਅਸੀਂ ਬਕਾਇਦਾ ਮੈਮੋਰੈਂਡਮ ਦਿੱਤੇ ਆ ਉੱਥੇ ਡੀਸੀ ਨੂੰ, ਰਾਸ਼ਟਰਪਤੀ ਜੀ ਦੇ ਨਾਂ ਤੇ। ਔਰ 25 ਤਰੀਕ ਨੂੰ ਜਿਹੜੀ ਬੰਦ ਦੀ ਕਾਲ ਸੀ ਕਿਸਾਨਾਂ ਦੀ, ਉਹਦੇ 'ਚ ਵੀ ਅਸੀਂ ਵੱਧ ਚੜ੍ਹ ਕੇ ਹਿੱਸਾ ਲਿਆ, ਕਿਉਂਕਿ ਇੱਥੇ ਮੈਂ ਦੱਸਣੀ ਚਾਹੂੰਗਾ ਵੀ ਜਦੋਂ ਸਾਡਾ ਦੇਸ਼ ਅਨਾਜ ਬਾਹਰੋਂ ਮੰਗਾਉਂਦਾ ਸੀ, ਅਨਾਜ ਦੀ ਬਹੁਤ ਭਾਰੀ ਕਿੱਲਤ ਸੀ, ਉਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਕਾਲ ਦਿੱਤੀ, ਹਰੀ ਕ੍ਰਾਂਤੀ। ਔਰ ਉਹ ਜਿਹੜੀ ਹਰੀ ਕ੍ਰਾਂਤੀ ਆਈ,
ਉਹਦੇ 'ਚ ਪੰਜਾਬ ਨੇ ਦੇਸ਼ ਨੂੰ ਇਦਾਂ ਦਾ ਇੱਕ ਸਟੇਟ ਬਣਾ ਦਿੱਤਾ, ਇਦਾਂ ਦਾ ਇੱਕ ਦੇਸ਼ ਬਣਾ ਦਿੱਤਾ ਵੀ ਅੱਜ ਸਾਡੇ ਕੋਲੇ ਅੰਨ ਜਿਹੜਾ ਵਾ ਸਾਂਭਿਆ ਨਹੀਂ, ਸੰਭਾਲਿਆ ਜਾ ਰਿਹਾ। ਲੇਕਿਨ ਉਹਦੇ 'ਚ ਨੁਕਸਾਨ ਹੋਇਆ ਪੰਜਾਬ ਦਾ। ਪੰਜਾਬ ਨੂੰ 5 ਪਾਣੀਆਂ ਦੀ, 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। ਅਸੀਂ ਇੰਨਾ ਕੁ ਅਨਾਜ ਵਾਲੇ ਪਾਸੇ ਜਾਂ ਅਸੀਂ ਝੋਨੇ ਜੀਰੀ ਵਾਲੇ ਪਾਸੇ ਤੁਰ ਪਏ, ਸਾਡੇ ਕਿਸਾਨ ਭਰਾ, ਵੀ ਅੱਜ ਸਾਡਾ ਪਾਣੀ ਦਾ ਜਿਹੜਾ ਲੈਵਲ ਆ ਉਹ ਵੀ 300 ਫੁੱਟ ਤੋਂ 350 ਫੁੱਟ ਤੋਂ ਥੱਲੇ ਚਲੇ ਗਿਆ। ਅੱਜ ਸਾਡੇ ਕੋਲੇ ਪਾਣੀ ਵੀ ਨਹੀਂ ਬਚਿਆ। ਲੇਕਿਨ ਪੰਜਾਬ ਨੇ ਆਪਣੀ ਪਾਣੀਆਂ ਦੀ ਹੋਂਦ ਨੂੰ ਮਿਟਾ ਕੇ ਕੇਂਦਰ ਦੇ ਪੂਲ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਯੋਗਦਾਨ ਜਿਹੜਾ ਹਰੀ ਕ੍ਰਾਂਤੀ 'ਚ ਪਾਇਆ, ਉਹ ਪੰਜਾਬ ਤੇ ਪੰਜਾਬੀਆਂ ਨੇ ਪਾਇਆ, ਇਹਨਾਂ ਦੀ ਮਿਹਨਤ ਨੇ ਪਾਇਆ। ਜੇ ਇਹ ਕੇਂਦਰ ਦੀ ਸਰਕਾਰ ਇਦਾਂ ਦੇ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਜਮਾ ਹੀ ਖਤਮ ਕਰਨ ਤੇ ਆਈ ਹੋਈ ਆ ਨਾ, ਤਾਂ ਫਿਰ ਮੈਂ ਸਮਝਦਾ ਵੀ ਇਦੋਂ ਮੰਦਭਾਗੀ ਘਟਨਾ ਹੋਰ ਕਿਹੜੀ ਹੋ ਸਕਦੀ ਹੈ। ਇਹਦਾ ਮਤਲਬ ਕੇਂਦਰ ਸਰਕਾਰ ਅਹਿਸਾਨ ਫਰਾਮੋਸ਼ ਸਰਕਾਰ ਆ। ਜਦੋਂ ਜ਼ਰੂਰਤ ਸੀ ਉਦੋਂ ਤਾਂ ਕਿਸਾਨਾਂ ਨੂੰ ਕਿਹਾ ਵੀ ਤੁਸੀਂ ਹਰੀ ਕ੍ਰਾਂਤੀ ਲਿਆਓ, ਦੇਸ਼ ਨੂੰ ਆਤਮ ਨਿਰਭਰ ਬਣਾਓ। ਔਰ ਅੱਜ ਜਿਹੜੇ ਸਾਡੇ ਵੇਅਰ ਹਾਊਸ ਨੇ, ਸਾਡੇ ਗਡਾਊਨ ਨੇ FCI ਦੇ ਜਾਂ ਪਨਸਪ ਦੇ ਜਾਂ ਹੋਰ ਜਿਹੜੇ ਨੇ ਭਰੇ ਪਏ ਨੇ ਗੋਦਾਮ, ਚਾਹੇ ਤੁਸੀਂ ਕਣਕ ਦੀ ਗੱਲ ਕਰ ਲਓ ਜਾਂ ਹੋਰ ਜਿਹੜੇ ਖਾਣ ਵਾਲੀਆਂ ਕਮੋਡਿਟੀਜ਼ ਨੇ ਉਹਦੀਆਂ ਗੱਲ ਕਰ ਲਓ, ਉਹ ਕਿਸਾਨ ਜਿਹਦੇ ਲਈ ਤੁਸੀਂ ਬਿੱਲ ਲੈ ਕੇ ਆਏ ਹੋ, ਉਹ ਯਾਰ ਜੇ ਉਹਨੂੰ ਹੀ ਨਹੀਂ ਮਨਜ਼ੂਰ ਹੈਗਾ ਤਾਂ ਤੁਸੀਂ ਬਿੱਲ ਕਿਹਦੇ ਵਾਸਤੇ ਲੈ ਕੇ ਆਏ ਹੋਗੇ? ਬੜੀ ਸਮਝ ਤੋਂ ਪਰੇ ਆ ਕਹਾਣੀ, ਕਿਉਂਕਿ ਕਿਸਾਨ ਸਿੱਧ ਭੋਲਾ ਤਾਂ ਹੋ ਸਕਦਾ, ਕਿਸਾਨ ਬੇਵਕੂਫ ਨਹੀਂ ਹੋ ਸਕਦਾ। ਦੇਖੀਏ ਤਾਂ ਅੱਜ ਦੇ ਟਾਈਮ ਦੀ ਅਗਰ ਗੱਲ ਕਰਦੇ, ਦਿਨੋਂ ਦਿਨ ਦੇਖ ਰਹੇ ਹਾਂ ਕਿ ਕਿਸਾਨ ਜੋ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਸਾਰੇ ਟਰੱਕ ਆ ਰਹੇ ਆ ਝੋਨੇ ਦੇ, ਕਿਸਾਨ ਦਿਨੋਂ ਦਿਨ ਉਹਨਾਂ ਨੂੰ ਰੋਕ ਰਹੇ ਆ। ਇਹਦੇ ਬਾਰੇ ਕੀ ਲੱਗਦਾ ਕਿ ਯੂਪੀ ਤੋਂ ਜਾਂ ਹੋਰ ਸਟੇਟਾਂ ਤੋਂ ਪੰਜਾਬ ਦੇ ਵਿੱਚ ਝੋਨੇ ਨੂੰ ਲਿਆਉਣਾ, ਇਹਦੇ ਪਿੱਛੇ ਕੀ ਤਾਕਤਾਂ ਹੋ ਸਕਦੀਆਂ? ਇਹ ਤਾਕਤਾਂ ਨਹੀਂ ਜੀ, ਐਕਚੁਅਲੀ ਕੀ ਆ ਵੀ ਯੂਪੀ ਦੇ ਵਿੱਚ ਜਿਹੜਾ ਵਾ ਝੋਨੇ ਦਾ ਰੇਟ ਘੱਟ ਆ ਪੰਜਾਬ ਨਾਲੋਂ। ਇੱਥੇ ਮੰਨ ਲਓ 1800 ਨੂੰ ਜਾ ਰਿਹਾ, ਤਾਂ ਉੱਥੇ ਹੈਗਾ ਜੀ ਤਕਰੀਬਨ 900-950 ਰੁਪਈਆ, ਅੱਧਾ ਰੇਟ ਤੇ ਆ। 300-400 ਰੁਪਈਆ ਇਹਨਾਂ ਨੂੰ ਇੱਕ ਬੋਰੀ ਦੀ ਘੱਟ 'ਚ ਪੈ ਗਈ, ਮਜ਼ਦੂਰੀ ਪੈ ਗਈ। ਇੱਥੇ ਇੱਕ ਕੁਇੰਟਲ ਦੇ ਮਗਰ 500 ਰੁਪਏ ਦਾ ਫਰਕ ਪੈ ਰਿਹਾ। ਉਹ ਸਾਡੇ ਕਿਸਾਨਾਂ ਨੇ ਜਿਹੜੇ ਆ ਟਰੱਕ ਰੋਕੇ ਨੇ ਜਾਂ ਜਿਹੜੇ ਬਾਰਡਰਾਂ ਤੇ ਗੱਡੀਆਂ ਰੋਕੀਆਂ ਨੇ, ਇਹੀ ਕਾਰਨ ਆ ਵੀ ਕਿਸਾਨ ਜਿਹੜਾ ਪੰਜਾਬ ਦਾ, ਜਿਹੜੀ ਪੰਜਾਬ ਦੀ ਫਸਲ ਆ, ਕਿਉਂਕਿ ਇਹਨਾਂ ਦੇ ਇੱਕ ਕੈਪ ਆ ਸਰਕਾਰ ਦਾ ਵੀ, ਜਿਹੜੀ ਇਹਨਾਂ ਨੇ MSP ਤੇ ਫਸਲ ਚੁੱਕਣੀ ਹੈ। ਉਹ ਜਦੋਂ MSP ਜਦੋਂ ਸਾਡੇ ਕਿਸਾਨਾਂ ਦੀ, ਪੰਜਾਬ ਵਾਲਿਆਂ ਦੀ ਵਾਰੀ ਆਣੀ ਆ, ਜਦ ਨੂੰ ਤਾਂ ਸਾਰੇ ਭਰ ਜਾਣਾ, ਬਜੀ ਤਾਂ ਖਰੀਦ ਕਰ ਲਈ ਜੀ, ਤਾਂ ਕਿਸਾਨ ਫਿਰ ਪੰਜਾਬ ਦਾ ਕਿਹੜੇ ਪਾਸੇ ਜਾਊਗਾ? ਇਹ ਬਿਲਕੁਲ ਠੀਕ ਕਰ ਰਹੇ ਨੇ, ਅਸੀਂ ਇਹਨਾਂ ਦੇ ਹੱਕ 'ਚ ਆ। ਕਿਉਂਕਿ ਇਹ ਜਦੋਂ ਸਰਕਾਰ ਨੇ ਕਾਨੂੰਨ ਬਣਾਇਆ ਤਾਂ ਹਜੇ 8-10 ਦਿਨ ਹੀ ਹੋਇਆ ਤੇ ਬਾਹਰੋਂ ਇਹ ਆਮਦ ਸ਼ੁਰੂ ਹੋ ਗਈ ਆ, ਕਿਉਂਕਿ ਖੁੱਲੀ ਮੰਡੀ ਕਰਤੀ ਇਹਨਾਂ ਨੇ, ਇੱਕ ਦੇਸ਼ ਇੱਕ ਮੰਡੀ। ਤਾਂ ਕੱਲ ਨੂੰ ਤਾਂ ਫਿਰ ਰਾਜਸਥਾਨ ਵਾਲੇ ਭੁੱਕੀ ਲੈ ਕੇ ਆਣਗੇ, ਕਿਉਂਕਿ ਉਧਰ ਭੁੱਕੀ ਸਰਕਾਰ ਨੇ ਪਰਮਿਸ਼ਨ ਦਿੱਤੀ ਹੋਈ ਆ, ਉਧਰੋਂ ਫੀਮ ਆਊਗੀ, ਇੱਧਰੋਂ ਫਿਰ ਚਰਸ ਵਗੈਰਾ ਵੀ ਆਊਗੀ ਯੂਪੀ 'ਚੋਂ, ਕਿਉਂਕਿ ਇਹ ਖੇਤ ਜਿਹੜੇ ਨੇ ਸਰਕਾਰ ਨੇ ਉੱਥੇ ਮਨਜ਼ੂਰੀਆਂ ਦਿੱਤੀਆਂ ਹੋਈਆਂ ਨੇ। ਯੂਪੀ 'ਚ, ਮੱਧ ਪ੍ਰਦੇਸ਼ ਆ, ਰਾਜਸਥਾਨ ਆ, ਇਹ ਸਟੇਟਾਂ ਜਿਹੜੀਆਂ ਨੇ, ਇਹ ਪੋਪੀ ਸੀਡ ਦੀਆਂ ਉਹਦੀਆਂ ਤੁਹਾਡੇ ਖਸਖਸ ਦੀ ਖੇਤੀ ਕਰਦੇ ਨੇ ਸਾਰੇ ਲੋਕ। ਇਹ ਜਿਹੜੀਆਂ ਸਟੇਟਾਂ ਨੇ, ਜਦੋਂ ਤੁਸੀਂ ਖੇਤੀ ਖੋਲ੍ਹ ਦਿੱਤੀ, ਫਿਰ ਤਾਂ ਉੱਥੋਂ ਟਰੱਕਾਂ ਦੇ ਟਰੱਕ ਭਰ ਕੇ ਇੱਧਰ ਨੂੰ ਆਉਣਗੇ ਪੰਜਾਬ ਕਰਨੀ। ਇਹ ਮੈਂ ਤਾਂ ਵਿੱਚ ਗੱਲ ਤੁਹਾਨੂੰ ਦੱਸ ਰਿਹਾ ਵੀ ਦੇਖੋ, ਕੱਲ੍ਹ ਨੂੰ ਰਾਜਸਥਾਨ ਵਾਲੇ ਵੀ ਉੱਠ ਕੇ ਆਉਣਗੇ ਪੰਜਾਬ 'ਚ ਵੀ ਹੁਣ ਤਾਂ ਮੰਡੀ ਖੁੱਲ੍ਹ ਗਈ ਜੀ, ਵੀ ਸਾਨੂੰ ਉੱਥੇ 3000 ਮਿਲਦਾ ਸੀ, ਪੰਜਾਬ ਜਾ ਕੇ ਕਿਉਂ ਨਾ ਭੁੱਕੀ ਵੇਚੀ ਆਪਣੀ। ਇਹ ਕੇਂਦਰ ਸਰਕਾਰ ਨੂੰ ਸਾਰਾ ਦੁਆਰਾ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਨੇ ਵੀ ਆ ਜਿਹੜਾ ਸਾਰਾ ਕੁਝ ਅਸੀਂ ਕੀਤਾ, ਇਹਨੂੰ ਜੇ ਦੇਖੋ ਪਿੰਡ ਦੇ ਸਰਪੰਚ ਤੋਂ ਲੈ ਕੇ ਮੈਂਬਰ ਆਫ ਪਾਰਲੀਮੈਂਟ ਤਾਈਂ ਥੱਲੇ MLA ਸਾਰੇ ਹੀ ਆ ਗਏ, ਕੌਂਸਲਰ ਵੀ ਆ ਗਏ, ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਲੋਕਾਂ ਦੇ, ਜਿਹਨੂੰ ਕਹਿ ਦਈਏ ਵੀ ਇਹ ਇੱਕ ਸੇਵਕ ਨੇ। ਹੁਣ ਜਿਹੜੀ ਸਰਕਾਰ ਆ ਉਹ ਸੇਵਕਾਂ ਦੀ ਸਰਕਾਰ ਆ, ਵੀ ਇਹ ਜਿਹੜੇ ਲੋਕ ਨੇ ਪੰਜਾਬੀ, ਆਪਾਂ ਲੋਕ ਆ ਸਾਰੇ, ਆਪਾਂ ਇਹਨਾਂ ਦੇ ਮਾਲਕ ਆ। ਜੇ ਇਹਨਾਂ ਨੇ ਮਾਲਕਾਂ ਨੂੰ ਹੀ ਦਬਕੇ ਮਾਰੀ ਜਾਣੇ ਆ ਤਾਂ ਫਿਰ ਇਹ ਜੇ ਨੌਕਰ ਬਾਹਲਾ ਟਾਈਮ ਨਹੀਂ ਕੱਢਦੇ ਹੁੰਦੇ, ਉਹ ਤਾਂ ਫਿਰ ਲੋਕਾਂ ਨੇ ਪੱਲਾ ਝਾੜ ਲੈਣਾ ਆਪਣਾ। ਕਿਉਂਕਿ ਜੇ ਕੇਂਦਰ ਸਰਕਾਰ ਇਹ ਸੋਚੇ ਵੀ ਅੱਜ ਅਸੀਂ ਸਰਕਾਰ ਦੇ ਪਾਵਰ 'ਚ ਬੈਠੀ ਆ, ਕਿਸੇ ਵੀ ਪਾਰਟੀ ਦੀ ਸਰਕਾਰ ਆ, ਵੀ ਕਿਤੇ ਉਹਨੇ ਠੇਕਾ ਹੀ ਲੈ ਲਿਆ, ਇਹ ਜੇ ਲੋਕ ਸਿਰਾਂ ਤੇ ਬਿਠਾਣਾ ਜਾਣਦੇ ਆ ਨਾ, ਤਾਂ ਲਾਉਣ ਲੱਗੇ ਵੀ ਮਿੰਟ ਲਾਉਣਾ ਫਿਰ ਲੋਕਾਂ ਨੇ। ਆਜ਼ਾਦ ਸਮਾਜ ਪਾਰਟੀ ਦਾ ਕੀ ਪ੍ਰੋਸੈਸ ਚੱਲ ਰਿਹਾ, ਇਹਨਾਂ ਸਾਰੀਆਂ ਘਟਨਾਵਾਂ ਹੋ ਰਹੀਆਂ, ਇਹਦੇ ਬਾਰੇ ਕੀ ਕਰ ਰਹੀ ਹੈ ਆਜ਼ਾਦ ਸਮਾਜ ਪਾਰਟੀ? ਦੇਖੋ, ਸਾਡੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਜੀ ਪਿੱਛੇ 9 ਤੇ 10 ਅਕਤੂਬਰ ਨੂੰ ਜਿਹੜਾ ਵਾ ਪੰਜਾਬ ਦੌਰੇ ਤੇ ਸੀਗੇ, ਔਰ ਅਸੀਂ 10 ਤਰੀਕ ਨੂੰ ਜਿਹੜਾ ਸਾਡੇ ਮਹਾਂਪੁਰਸ਼ਾਂ ਨੇ, ਸੰਤ ਮਹਾਂਪੁਰਸ਼ਾਂ ਨੇ ਬੰਦ ਦੀ ਕਾਲ ਦਿੱਤੀ ਸੀ, ਚੱਕਾ ਜਾਮ ਦੀ ਕਾਲ ਦਿੱਤੀ ਸੀ, ਉਹਦੇ 'ਚ ਵੀ ਅਸੀਂ ਪੂਰਾ ਸਮਰਥਨ ਕੀਤਾ। ਔਰ ਅਸੀਂ ਹਮੇਸ਼ਾ ਕਿਸਾਨੀ ਨਾਲ, ਕਿਸਾਨਾਂ ਨਾਲ, ਪੰਜਾਬ ਨਾਲ, ਪੰਜਾਬੀਅਤ ਨਾਲ ਆਜ਼ਾਦ ਸਮਾਜ ਪਾਰਟੀ ਖੜੀ ਆ। ਕਿਉਂਕਿ ਜੇ ਸਾਡੇ ਕਿਸਾਨਾਂ ਦੇ
ਹੱਕ ਖੋਏ ਜਾਣਗੇ ਤਾਂ ਪੰਜਾਬ ਦੀ ਆਜ਼ਾਦ ਸਮਾਜ ਪਾਰਟੀ ਨਹੀਂ, ਪੂਰੇ ਭਾਰਤ ਦੀ ਆਜ਼ਾਦ ਸਮਾਜ ਪਾਰਟੀ, ਦਲਿਤ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੂਗਾ। ਕਿਉਂਕਿ ਸਾਡਾ 9 ਮਾਸ ਦਾ ਰਿਸ਼ਤਾ ਔਰ ਉਸ ਰਿਸ਼ਤੇ ਨੂੰ ਬਰਕਰਾਰ ਰੱਖਣ ਦੇ ਲਈ ਕਿਸੇ ਵੀ ਹੱਦ ਤੱਕ ਜਾਣਾ ਪਵੇ ਤਾਂ ਅਸੀਂ ਜਾਵਾਂਗੇ। ਅਸੀਂ ਕਦੀ ਵੀ ਨਹੀਂ ਚਾਹਾਂਗੇ ਵੀ ਜਿਸ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਾਉਣ 'ਚ ਸਾਰਿਆਂ ਨਾਲੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ, ਜਿਸ ਪੰਜਾਬ ਨੇ ਹਰੀ ਕ੍ਰਾਂਤੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੋਵੇ ਔਰ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੋਵੇ, ਉਸ ਪੰਜਾਬ ਨੂੰ, ਉਸ ਕਿਸਾਨ ਨੂੰ ਅੱਜ ਇਹ ਢਾਉਣ ਲੱਗੇ ਹੋਇਆ ਰਲ ਕੇ ਸਾਰੇ ਜਾਣੇ, ਇਹਨੂੰ ਆਜ਼ਾਦ ਸਮਾਜ ਪਾਰਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ। ਇੱਥੇ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਆਜ਼ਾਦ ਸਮਾਜ ਪਾਰਟੀ ਔਰ ਸਮੁੱਚਾ ਬਹੁਜਨ ਸਮਾਜ ਜਿਹੜਾ ਸਾਡਾ, ਉਹ ਕਿਸਾਨਾਂ ਦੇ ਨਾਲ ਖੜਾ ਵਾ ਔਰ ਹਮੇਸ਼ਾ ਖੜਾ ਰਹੂਗਾ, ਕਿਉਂਕਿ ਸਾਡਾ 9 ਮਾਸ ਦਾ ਰਿਸ਼ਤਾ ਹੈ ਇਹਨਾਂ ਨਾਲ। ਸੋ ਜੇ ਅੱਜ ਕਿਸਾਨ ਬਰਬਾਦ ਹੋ ਗਿਆ, ਕਿਸਾਨੀ ਬਰਬਾਦ ਹੋ ਗਈ, ਉਹਦੇ ਨਾਲ ਪੰਜਾਬ ਨੇ ਤਾਂ ਬਰਬਾਦ ਹੋਣਾ ਹੀ ਹੋਣਾ, ਤਾਂ ਰਹਿਣਾ ਦੇਸ਼ ਦਾ ਵੀ ਕੁਝ ਨਹੀਂ। ਜੋ ਬੀਜੇਪੀ ਵਾਲਿਆਂ ਵੱਲੋਂ ਦਲਿਤ ਬੱਚਿਆਂ ਦੇ ਲਈ ਜੋ ਸਕਾਲਰਸ਼ਿਪ ਦੇ ਲਈ ਦੇਖਿਆ ਜਾ ਰਿਹਾ ਆ, ਮਾਰਚ ਕੀਤੇ ਜਾ ਰਹੇ ਆ ਔਰ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਬਾਬਾ ਸਾਹਿਬ ਦੇ ਬੁੱਤ ਦੇ ਉੱਤੇ ਹਾਰ ਪਾਉਣ ਨੂੰ ਲੈ ਕੇ, ਬਹੁਤ ਸਾਰਾ ਵਿਰੋਧ ਵੀ ਹੋ ਰਿਹਾ ਬੀਜੇਪੀ ਦਾ। ਕੀ ਲੱਗਦਾ ਤੁਹਾਨੂੰ, ਇਹ ਕੀ ਕਾਰਨ ਕੀ ਹੈ? ਕਾਰਨ ਦੇਖੋ, ਗੱਲ ਇਹ ਆ ਵੀ ਦੇਸ਼ ਚੱਲਦਾ ਸੰਵਿਧਾਨ ਦੇ ਨਾਲ ਜੀ। ਸੰਵਿਧਾਨ ਬਣਾਇਆ ਸੀ ਬਾਬਾ ਸਾਹਿਬ ਅੰਬੇਦਕਰ ਨੇ। ਹੁਣ ਜਿਸ ਰਹਿਬਰ ਨੇ ਸੰਵਿਧਾਨ ਬਣਾਇਆ, ਦੇਸ਼ ਸਾਰਾ ਉਹਦੇ ਆਲੇ ਦੁਆਲੇ ਘੁੰਮਦਾ, ਔਰ ਜਦੋਂ ਤੁਸੀਂ ਉਹਦੀ ਗੱਲ ਹੀ ਨਹੀਂ ਸੁਣਨੀ, ਤੁਸੀਂ ਉਹਨੂੰ ਇੱਕ ਰੱਦੀ ਦੀ ਕਿਤਾਬ ਹੀ ਸਮਝਿਆ ਹੋਇਆ। ਤੁਹਾਡੀ ਤਾਂ ਮਜਬੂਰੀ ਹੈ ਇਹਨਾਂ ਦੀ, ਬੀਜੇਪੀ ਵਾਲਿਆਂ ਦੀ, ਵੀ ਜਿਹੜਾ ਸੰਵਿਧਾਨ ਨੂੰ ਇਹ ਥੋੜ੍ਹਾ ਬਹੁਤ ਦੇਖ ਰਿਹਾ, ਕਿਉਂਕਿ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਗਾ ਜੇ ਸੰਵਿਧਾਨ ਨੂੰ ਪਰੇ ਕਰਦੇ ਆ। ਇਹ ਜਿਹੜਾ ਵੀ ਇਹ ਦੇਖੋ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਨੇ ਨਾ, ਇਹ ਲੋਕਾਂ 'ਚ ਗੁੱਸਾ ਵਾ, ਸਮਾਜ 'ਚ ਇੱਕ ਗੁੱਸਾ ਵਾ ਵੀ ਜਦੋਂ ਤਾਂ ਡਾਕਟਰ ਅੰਬੇਦਕਰ ਦੇ ਕਹੇ ਅਨੁਸਾਰ ਇਹਨਾਂ ਨੇ ਕੰਮ ਹੀ ਨਹੀਂ ਕਰਨਾ, ਤਾਂ ਫਿਰ ਉਸ ਰਹਿਬਰ ਦੇ ਨੇੜੇ ਜਾਣ ਦੀ ਵੀ ਕੀ ਜ਼ਰੂਰਤ ਹੈ ਇਹਨਾਂ ਨੂੰ? ਕਿਉਂ ਡਰਾਮਾ ਕਰਦੇ ਆ ਇਹ? ਕਾਹਦੇ ਵਾਸਤੇ ਬਈ? ਜਾਂ ਤਾਂ ਫਿਰ ਜਿਹੜੀਆਂ ਡਾਕਟਰ ਅੰਬੇਦਕਰ ਨੇ ਗੱਲਾਂ ਕਹੀਆਂ ਮੰਨੋ ਉਸ ਚੀਜ਼ ਨੂੰ। ਤੁਹਾਡੇ ਹਿਸਾਬ ਨਾਲ ਡਰਾਮਾ ਹੈ? ਬੀਜੇਪੀ ਦਾ ਡਰਾਮਾ ਮੈਂ ਕਹੂੰਗਾ, ਮੈਂ ਬੀਜੇਪੀ ਦਾ ਡਰਾਮਾ ਕਹੂੰਗਾ, ਕਿਉਂਕਿ ਦੇਖੋ 6 ਸਾਲ ਹੋ ਗਏ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ, ਔਰ ਜੇ ਕੇਂਦਰ ਦੀ ਸਰਕਾਰ ਨੇ ਜੇ ਉੱਥੇ ਬਿੱਲ ਹੀ ਇਦਾਂ ਦੇ ਬਣਾਉਣੇ ਆ ਵੀ ਜਿਹੜੇ ਮਾਈਨੋਰਟੀ ਦੇ ਹੱਕ 'ਚ ਨਹੀਂ ਹੈਗੇ, ਐਸੀਆਂ ਦੇ ਹੱਕ 'ਚ ਹੀ ਹੈ ਨਹੀਂਗੇ, ਜਾਂ ਕਿਸਾਨੀ ਦੇ ਹੱਕ 'ਚ ਹੈ ਨਹੀਂਗੇ, ਤਾਂ ਫਿਰ ਇਹ ਜੀ ਸਰਕਾਰ ਨੂੰ ਕੀ ਕਰਨਾ? ਡਾਕਟਰ ਅੰਬੇਦਕਰ ਨੇ ਤਾਂ ਨਹੀਂ ਇਹ ਸਾਰਾ ਕੁਝ ਕਿਹਾ ਸੀ ਕਰਨ ਨੂੰ? ਤੁਸੀਂ ਮੇਰਾ ਖਿਆਲ ਆ 2 ਅਪ੍ਰੈਲ ਵਾਲੀ ਜਿਹੜੀ ਘਟਨਾ ਤੁਸੀਂ ਸ਼ਾਇਦ ਭੁੱਲ ਗਏ ਉਸ ਚੀਜ਼ ਨੂੰ, ਜਿਹੜਾ 2 ਅਪ੍ਰੈਲ ਸਾਰਾ ਭਾਰਤ ਬੰਦ ਹੋਇਆ ਸੀਗਾ, ਜਿਹੜਾ ਇਹਨਾਂ ਨੇ SC ST ਜਿਹੜਾ ਸਾਡਾ ਇੱਕ ਬਿੱਲ ਸੀ ਉਹਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ। ਇਹਨੂੰ ਕੀ ਦੇਖਿਆ ਜਾਵੇ ਇਸ ਚੀਜ਼ ਨੂੰ? ਕਿਉਂਕਿ ਦੇਖੋ ਪਹਿਲਾਂ ਸਾਡੇ ਜਿਹੜੇ ਕਹਿ ਲਓ ਬਜ਼ੁਰਗ, ਉਹ ਅੰਦੋਲਨ ਚਲਾ ਕੇ ਗਏ, ਸਾਹਿਬ ਕਾਂਸ਼ੀ ਰਾਮ ਨੇ ਬਹੁਤ ਕੰਮ ਕੀਤਾ, ਲੇਕਿਨ ਹੁਣ ਬੱਚੇ ਪੜ੍ਹ ਲਿਖ ਗਏ ਆ, ਹੁਣ ਯੁੱਗ ਜਿਹੜਾ ਵਾ ਇੱਕ ਕ੍ਰਾਂਤੀ ਵਾਲੇ ਪਾਸੇ ਜਾ ਰਿਹਾ ਵਾ। ਇਹਨੂੰ ਤੁਸੀਂ ਇਹ ਨਾ ਸਮਝੋ ਵੀ ਕਿਤੇ ਬੱਚੇ ਹੁਣ ਅਨਪੜ੍ਹ ਨੇ ਜਾਂ ਦਲਿਤ ਸਮਾਜ ਨੂੰ ਸਮਝ ਨਹੀਂ ਆ। ਜਿਹੜੀ ਆ ਬਾਬਾ ਸਾਹਿਬ ਦੇ ਬੁੱਤ ਤੇ ਹੁਣ ਹਾਰ ਪਾਰੇ ਜਾ ਕੇ ਜਾਂ ਕੁਛ ਕਰ ਰਹੇ ਆ, ਜਦੋਂ ਸਾਡੇ ਕੁੜੀ ਸੀ ਮਨੀਸ਼ਾ, ਜਿਹੜੇ ਉੱਥੇ ਹਾਥਰਸ ਕਾਂਡ ਹੋਇਆ, ਉਸ ਵੇਲੇ ਕਿੱਥੇ ਸੀ ਫਿਰ ਸਾਰਾ ਇਹ ਜਿਹੜੇ ਬੀਜੇਪੀ ਵਾਲੇ ਨੇ? ਹੁਣ ਤਾਂ ਡਾਕਟਰ ਅੰਬੇਦਕਰ ਨੂੰ ਜਾ ਕੇ ਹਾਰ ਪਾਉਂਦੇ ਨੇ, ਸਾਰਾ ਕੁਝ ਕਰਦੇ ਨੇ। ਜੇ ਡਾਕਟਰ ਅੰਬੇਦਕਰ ਦੇ ਕਹੇ ਅਨੁਸਾਰ ਇਹਨਾਂ ਨੇ ਸਰਕਾਰ ਨਹੀਂ ਚਲਾਉਣੀ, ਜੇ ਸੰਵਿਧਾਨ ਦੇ ਅਨੁਸਾਰ ਸਰਕਾਰ ਨਹੀਂ ਚੱਲੂਗੀ, ਜਿਹੜੇ ਐਟਰੋਸਿਟੀ ਵਧੂਗੀ, ਤਾਂ ਕੀ ਤੁਸੀਂ ਸਮਝਦੇ ਹੋ ਵੀ ਜਿਹੜਾ ਬਹੁਜਨ ਸਮਾਜ ਆ ਇਹਨਾਂ ਨੂੰ ਆਪਣੇ ਰਹਿਬਰ ਦੇ ਨੇੜੇ ਹੋਣ ਦਊਗਾ? ਹਾਲਾਂਕਿ ਡਾਕਟਰ ਅੰਬੇਦਕਰ ਸਾਡੇ ਇਕੱਲਿਆਂ ਦੇ ਨਹੀਂ ਆ, ਉਹ ਸਾਰੇ ਦੇਸ਼ ਦੇ ਨੇ। ਉਹਨਾਂ ਨੇ ਹਮੇਸ਼ਾ ਵਿਮਨ ਇੰਪਾਵਰਮੈਂਟ ਦੀ ਗੱਲ ਕੀਤੀ, ਉਹਨਾਂ ਨੇ ਕਦੀ ਵੀ ਆਪਣੇ ਅੰਦਰ, ਆਪਣੇ ਸੰਵਿਧਾਨ ਦੇ ਅੰਦਰ ਭੇਦਭਾਵ ਦੀ ਗੱਲ ਨਹੀਂ ਕੀਤੀ। ਲੇਕਿਨ ਇਹ ਲੋਕ ਨਹੀਂ ਹਟਦੇ, ਇਹਨਾਂ ਦੇ ਨਾ ਜਿਹੜਾ ਇੱਕ ਪਿਆ ਹੋਇਆ ਵਾ, ਝਾਸਾ ਪਿਆ ਹੋਇਆ ਇਹਨਾਂ ਨੂੰ, ਇਹ ਹੁਣ ਝਾਸਾ ਜਿਹੜਾ ਵਾ ਫਿਰ ਦਲਿਤ ਸਮਾਜ ਇਹਨਾਂ ਦਾ ਕਰੂਗਾ ਦੂਰ। ਇਹ ਹਜੇ ਵੀ ਕੁਛ ਨਹੀਂ ਵਿਗੜਿਆ, ਬੰਦੇ ਦੇ ਪੁੱਤ ਬਣ ਜਾਣ। ਹਜੇ ਵੀ 4 ਸਾਲ ਸਰਕਾਰ ਕੇਂਦਰ ਦੀ ਇਹਨਾਂ ਕੋਲੇ ਹੈਗੀ ਆ। ਜੇ ਇਹਨਾਂ ਨੇ ਆਹੀ ਧੱਕੇਸ਼ਾਹੀਆਂ ਕਰਨੀਆਂ ਨੇ ਤਾਂ ਫਿਰ ਕੋਈ ਗੱਲ ਨਹੀਂ। ਮੈਂ ਅੱਗੇ ਵੀ ਕਹਿ ਕੇ ਹਟਿਆ ਵੀ ਫਿਰ ਜੇ ਲੋਕ ਸਿਰਾਂ ਤੇ ਬਿਠਾਣਾ ਜਾਣਦੇ ਆ, ਸਿਰਾਂ ਦੇ ਤਾਜ ਬਣਾਉਣਾ ਜਾਣਦੇ ਆ, ਤਾਂ ਸਿਰਾਂ ਤੋਂ ਲਾਹਣਾ ਵੀ ਫਿਰ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਆ। ਲਾਉਣ ਲੱਗੇ ਵੀ ਇਹਨਾਂ ਨੇ ਮਿੰਟ ਲਾਉਣਾ ਜੀ। ਇਸ ਕਰਕੇ ਬੀਜੇਪੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਆ ਜਿਹੜੀ ਆ ਡਰਾਮੇਬਾਜ਼ੀ ਆ, ਸੋਸ਼ੇਬਾਜ਼ੀ ਕਰਨੀ ਬੰਦ ਕਰਨ। ਜਿਹੜਾ ਸਹੀ ਕੰਮ ਆ ਉਹ ਕੰਮ ਕਰਨ, ਆਪਣੀ ਸਰਕਾਰ ਨੂੰ ਸਮਝਾਉਣ, ਆਪਣੇ ਲੀਡਰਸ਼ਿਪ ਨੂੰ ਸਮਝਾਉਣ ਵੀ ਆ ਜਿਹੜੇ ਬਿੱਲ ਨੇ ਜੀ ਇਹ ਖਰਾਬ ਕਰ ਰਿਹਾ, ਜਾਂ ਸਾਡੀ ਉਹਦੇ 'ਚ ਪੋਜੀਸ਼ਨ ਖਰਾਬ ਹੋ ਰਹੀ ਆ, ਇਹਦੇ 'ਚ ਸਾਰਿਆਂ ਦਾ ਨੁਕਸਾਨ ਹੋ ਰਿਹਾ। ਜੇ ਇਹ ਗੱਲਾਂ ਇਹਨਾਂ ਨੇ ਨਹੀਂ ਸਮਝਾਉਣੀਆਂ, ਕਿਉਂਕਿ ਉਹ ਜਿਹੜੇ ਉੱਪਰ ਬੈਠੇ ਸੁਣਦੇ ਨਹੀਂ ਕਿਸੇ ਦੀ, ਉਹ ਹੱਠ ਧਰਮੀ ਜਿਹਨੂੰ ਕਹਿ ਦਈਏ, ਹੱਠ ਧਰਮੀ ਲੈ ਕੇ ਬੈਠੇ ਆ, ਉਹ ਕਿਸੇ ਦੀ ਨਹੀਂ ਸੁਣ ਰਹੀ। ਇਸ ਕਰਕੇ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ ਪੰਜਾਬ ਦੀ, ਬੀਜੇਪੀ ਵਾਲੇ, ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਕੇਂਦਰ ਵਾਲਿਆਂ ਨੂੰ ਜਾ ਕੇ ਸਮਝਾਉਣ ਵੀ ਇਹਦੇ ਨਾਲ ਜੀ ਨੁਕਸਾਨ ਹੋ ਰਿਹਾ, ਇਹਦੇ ਨਾਲ ਹਾਲਾਤ ਖਰਾਬ ਹੋਣਗੇ।
ਤਾਂ ਸ਼ਾਇਦ ਕੋਈ ਗੱਲ ਟਿਕਾਣੇ ਤੇ ਆ ਜਾਵੇ। ਔਰ ਕੇਂਦਰ ਨੂੰ ਵੀ ਮੈਂ ਕਹਿਣਾ ਚਾਹੂੰਗਾ ਵੀ ਤੁਸੀਂ ਇਸ ਗੱਲ ਨੂੰ ਨੇੜੇ ਕਰੋ। ਹੁਣ ਦੇਖੋ ਨਵੀਂ ਗੱਲ ਹੋ ਗਈ, ਜਿਹੜੀਆਂ ਮਾਲ ਗੱਡੀਆਂ ਇਹਨਾਂ ਨੇ ਕਹਿ ਤਾ ਸੀ ਵੀ 3-4 ਤਰੀਕ ਤੱਕ ਚਲੋ ਕੋਈ ਗੱਲ ਨਹੀਂ ਜੀ, ਜਿਹੜੀ ਐਸੈਂਸ਼ੀਅਲ ਕਮੋਡਿਟੀ ਆ ਉਹ ਆ ਜਾਵੇ, ਕੋਈ ਖਾਦਾਂ ਨੇ, ਕੋਈ ਕੋਲਾ ਵਾ, ਕੁਝ ਹੋਰ ਆ ਜਾਣ। ਤਾਂ ਕੇਂਦਰ ਨੇ ਕੱਲ੍ਹ ਇੱਕ ਫਰਮਾਨ ਜਾਰੀ ਕਰਤਾ ਬਈ ਅਸੀਂ ਜੀ ਮਾਲ ਗੱਡੀਆਂ ਵੀ ਬੰਦ ਕਰਾਂਗੇ ਜਿੰਨੀ ਦੇਰ ਤੱਕ ਇਹ ਪੈਸੇਂਜਰ ਗੱਡੀਆਂ ਨਹੀਂ ਚਲਾਉਣ ਦਿੰਦੇ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਤੁਸੀਂ ਯਾਰ ਕੇਂਦਰ ਸਰਕਾਰ ਹੈ ਇੱਕ, ਤੁਸੀਂ ਟਾਕਰਾ ਆਪਣੇ ਲੋਕਾਂ ਨਾਲ ਹੀ ਤੁਸੀਂ ਟਕਰਾਓ ਵਾਲੀ ਸਥਿਤੀ 'ਚ ਆਓਗੇ। ਜੇ ਲੋਕਾਂ 'ਚ ਅੱਜ ਰੋਹ ਆ, ਲੋਕਾਂ ਦੇ ਵਿੱਚ ਅੱਜ ਗੁੱਸਾ ਵਾ, ਇਹਦਾ ਮਤਲਬ ਇਹ ਨਹੀਂ ਆ ਵੀ ਸਰਕਾਰ ਵੀ ਉਸ ਲਾਈਨ ਤੇ ਤੁਰੇ। ਸਰਕਾਰ ਨੇ ਤਾਂ ਗੱਲ ਨੂੰ ਇਹਨੂੰ ਨੇੜੇ ਕਰਨਾ ਗੱਲ ਨੂੰ, ਨਾ ਕਿ ਤੁਸੀਂ ਟਕਰਾਓ ਦੀ ਸਥਿਤੀ ਪੈਦਾ ਕਰੋ। ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਸਾਡੇ ਭਰਾ ਅੱਜ ਪਲੇਟਫਾਰਮਾਂ ਤੇ ਬੈਠੇ ਨੇ, ਸਟੇਸ਼ਨਾਂ ਤੇ ਬੈਠੇ ਨੇ, ਉਹਨਾਂ ਨੇ ਟੋਲ ਪਲਾਜ਼ੇ ਰੋਕੇ ਹੋਏ ਆ, ਪੰਪ ਰੋਕੇ ਹੋਏ ਆ, ਵੀ ਕਿਤੇ ਇਹਨਾਂ ਨੂੰ ਤੁਸੀਂ ਆ ਗਿੱਦੜ ਭਪਕੀਆਂ ਦੇ ਕੇ ਠਾ ਲਓਗੇ? ਇੱਦਾਂ ਨਹੀਂ ਉੱਠਣ ਵਾਲੇ ਪੰਜਾਬੀ। ਇਹ ਸ਼ੇਰਾਂ ਦੇ ਸਟੇਟ ਆ, ਸ਼ੇਰ ਕੌਮਾਂ ਨੇ ਸਾਡੀਆਂ। ਇਹ ਨਾ ਧਮਕੀਆਂ ਤੋਂ ਡਰਨ ਵਾਲੇ ਨੇ ਕਿਸਾਨ ਜਾਂ ਸਾਡੇ ਭਰਾ ਇੱਥੇ ਦੇ ਪੰਜਾਬੀ, ਤੇ ਨਾ ਤੁਹਾਡੇ ਦੇ ਇਹ ਜਿਹੇ ਕਾਲੇ ਕਾਨੂੰਨਾਂ ਤੋਂ ਡਰਨ ਵਾਲੇ ਨੇ। ਜੇ ਦੇਸ਼ ਦੀ ਆਜ਼ਾਦੀ 'ਚ ਵੀ ਐਡਾ ਵੱਡਾ ਯੋਗਦਾਨ ਪੰਜਾਬ ਨੇ ਪਾਇਆ, ਹਰੀ ਕ੍ਰਾਂਤੀ ਦੀ ਮੈਂ ਗੱਲ ਕੀਤੀ, ਉਹ 'ਚ ਯੋਗਦਾਨ ਪੰਜਾਬ ਨੇ ਪਾਇਆ, ਇਹ ਤਾਂ ਗੱਲ ਹੀ ਕੁਛ ਨਹੀਂ ਆ। ਜੇ ਕੇਂਦਰ ਸਰਕਾਰ ਨੇ ਟਕਰਾਓ ਵਾਲੀ ਸਥਿਤੀ ਐਂ ਹੀ ਕਾਇਮ ਰੱਖੀ ਤਾਂ ਇਹਦੇ ਜਿਹੜੇ ਸਿੱਟੇ ਬੜੇ ਮਾੜੇ ਭੁਗਤਣੇ ਪੈਣਗੇ ਸਾਰੇ ਦੇਸ਼ ਨੂੰ। ਮੈਂ ਫਿਰ ਬਾਰ-ਬਾਰ ਗੱਲ ਕਹਿ ਰਿਹਾ ਵੀ ਜੇ ਕਿਸਾਨ ਜੀਂਦਾ ਤਾਂ ਦੇਸ਼ ਜੀਂਦਾ। ਸਾਡੇ ਪ੍ਰਧਾਨ ਮੰਤਰੀ 5 ਟ੍ਰਿਲੀਅਨ ਮਿਲੀਅਨ ਦੀ ਗੱਲ ਕਰਦੇ ਆ ਜੀ, ਅਸੀਂ ਜਿਹੜੀ ਆ ਉਹ ਬਣਾਉਣੀ ਚਾਹੁੰਦੇ ਆ, ਇਕੋਨਮੀ ਇੱਕ ਬਣਾਉਣੀ ਚਾਹੁੰਦੇ ਆ। ਯਾਰ ਇੱਦਾਂ ਬਣੂਗੀ ਇਕੋਨਮੀ? ਤੁਸੀਂ ਆਪਣੇ ਲੋਕਾਂ ਨਾਲ ਟਕਰਾਓ ਦੀ ਸਥਿਤੀ, ਇਹਨੂੰ ਡਿਕਟੇਟਰਸ਼ਿਪ ਕਹਿੰਦੇ ਆ। ਇਹ ਡਿਕਟੇਟਰਸ਼ਿਪ ਆ, ਇਹ ਸਰਕਾਰ ਨਹੀਂ ਹੈ। ਇਹ ਇੱਦਾਂ ਸਰਕਾਰਾਂ ਨਹੀਂ ਚੱਲਦੀਆਂ। ਤੁਸੀਂ ਇਤਿਹਾਸ ਚੱਕ ਕੇ ਦੇਖ ਲਓ, ਜਿਹੜਾ ਐਮਰਜੈਂਸੀ ਵਾਲਾ ਇੱਕ ਪੀਰੀਅਡ ਪਰੇ ਕੱਢ ਦੋ, ਉਹ ਵੀ ਬਾਅਦ 'ਚ ਉਹਨਾਂ ਨੂੰ ਮਾਫੀ ਮੰਗਣੀ ਪਈ। ਲੇਕਿਨ ਅੱਜ ਤੱਕ ਕਦੀ ਵੀ ਦੇਸ਼ ਦੇ ਜਿਹੜਾ ਸਾਡਾ ਇੱਕ ਸਿਨੈਰੀਓ ਆ ਉਹਦੇ 'ਚ ਇੱਦਾਂ ਦੇ ਦਿਨ ਕਦੀ ਨਹੀਂ ਸੀ ਆਏ ਵੀ ਕੋਈ ਸਰਕਾਰ ਟਕਰਾਓ ਵਾਲੇ ਪਾਸੇ ਆਵੇ। ਜੇ ਲੋਕਾਂ ਦਾ ਕੋਈ ਗਿਲਾ ਸ਼ਿਕਵਾ ਉਹਨੂੰ ਬਹਿ ਕੇ ਤੁਸੀਂ ਕਿਉਂ ਨਹੀਂ ਦੂਰ ਕਰਦੇ ਬਈ? ਤੁਸੀਂ ਕਿਸਾਨ ਉੱਥੇ ਦਿੱਲੀ ਬੁਲਾ ਲਏ ਇਹਨਾਂ ਨੇ, ਔਰ ਉਹ ਜਿਹੜੇ ਉੱਥੇ ਮੂਹਰੇ ਇਹਨਾਂ ਦੇ ਅਫਸਰ ਬੈਠੇ ਸੀ, IAS ਕਹਿ ਲਓ ਜਾਂ ਹੋਰ, ਉਹਨਾਂ ਨੂੰ ਪਤਾ ਹੀ ਕੁਛ ਨਹੀਂ ਗਾ। ਜਾਂ ਤਾਂ ਉੱਥੇ ਫਿਰ ਜਿਹੜੇ ਇਹਨਾਂ ਦਾ ਐਗਰੀਕਲਚਰ ਮਿਨਿਸਟਰ ਸੀ ਵਿੱਚ ਮੂਹਰੇ ਬੈਠੇ ਹੁੰਦੇ ਆਪ, ਉਹ ਵੀ ਆਓ ਵੀ ਤੁਹਾਡੇ ਨਾਲ ਗੱਲ ਕਰਦੇ ਆ। ਸਾਰੇ ਜਥੇਬੰਦੀਆਂ ਸਾਡੀਆਂ ਉੱਥੇ ਗਈਆਂ ਪੰਜਾਬ ਤੋਂ, ਲੇਕਿਨ ਉਹ ਜਿਹੜੀ ਮੀਟਿੰਗ ਸੀ ਬੇਸਿੱਟਾ ਰਹੀ, ਕੋਈ ਸਿੱਟਾ ਨਹੀਂ ਨਿਕਲਿਆ। ਤੁਸੀਂ ਮਜ਼ਾਕ ਸਮਝਿਆ ਹੋਇਆ ਇਸ ਚੀਜ਼ ਨੂੰ? ਜੇ ਅੱਜ ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੀਆਂ ਮਾਤਾਵਾਂ ਸੜਕਾਂ ਤੇ ਬੈਠੀਆਂ ਨੇ, ਛੋਟੇ ਛੋਟੇ ਬੱਚੇ ਸੜਕਾਂ ਤੇ ਬੈਠੇ ਨੇ, ਅੱਜ ਤੱਕ ਤੁਸੀਂ ਦੇਖਿਆ ਸੀ ਕਦੀ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਬਣਾ ਕੇ ਰਾਵਣ ਵਾਂਗੂ ਏਡੇ 20 ਫੁੱਟ ਦੇ ਉਹਦੇ ਜੁੱਤੀਆਂ ਦਾ ਹਾਰ ਪਾ ਕੇ ਤਾਂ ਪਬਲਿਕ ਉਹਦੇ ਜੁੱਤੀਆਂ ਮਾਰਦੀ ਫਿਰੇ? ਬੀਜੇਪੀ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਆ ਕਿ ਜੋ ਇਹ ਪੁਤਲੇ ਸਾੜੇ ਗਏ ਯਾਰ ਦੁਸ਼ਹਿਰੇ ਦੇ ਦਿਨ ਤੇ, ਉਹਨਾਂ ਲੋਕਾਂ ਦੇ ਕਾਰਵਾਈ ਦੀ ਵੀ ਗੱਲ ਹੋ ਰਹੀ ਹੈ। ਕੀ ਕਾਰਵਾਈ ਕਰਨਗੇ? ਕਾਹਦੀ ਕਾਰਵਾਈ ਕਰਨਗੇ? ਮਰਿਆ ਹੋਇਆ ਬੰਦਾ ਕੀ ਨਹੀਂ ਕਰੂਗਾ ਹੋਰ? ਮੈਂ ਤਾਂ ਦੇਖੋ, ਮੈਂ ਉਹੀ ਗੱਲ ਕਹਿ ਰਿਹਾ ਵਾਂ ਵੀ ਟਕਰਾਓ ਵਾਲੀ ਸਥਿਤੀ ਸਰਕਾਰ ਨੇ ਖੁਦ ਆਪ ਪੈਦਾ ਕੀਤੀ ਹੈ। ਜੇ ਇੱਕ ਗੱਲ ਵਿੱਚ ਜੋੜ ਦਿੰਦੇ ਵੀ MSP ਤੋਂ ਘੱਟ ਜਿਹੜਾ ਵੀ ਖਰੀਦੂਗਾ ਔਰ ਤੇ ਬਕਾਇਦਾ ਕਾਨੂੰਨੀ ਕਾਰਵਾਈ ਹੋਊਗੀ, ਇਹਨਾਂ ਦਾ ਕੀ ਘਸ ਜਾਣਾ ਸੀ? ਨਾ ਇਹ ਕਿਸਾਨ ਰੋ ਚਾਹੁੰਦੇ, ਨਾ ਇਹ ਸਾਰੀ ਐਜੀਟੇਸ਼ਨਾਂ ਹੋਣੀਆਂ ਸੀ, ਕੁਛ ਨਹੀਂ ਸੀ ਹੋਣਾ। ਲੇਕਿਨ ਸਰਕਾਰ ਦੀ ਬਦਨੀਤੀ ਇੱਥੋਂ ਸਾਬਤ ਹੁੰਦੀ ਹੈ। ਸਰਕਾਰ ਨੂੰ ਇੱਕ ਲਾਈਨ, ਜਦੋਂ ਆ ਸਾਰਾ ਬਿੱਲ ਬਣਿਆ, ਹੁਣ ਕਾਨੂੰਨ ਬਣ ਗਿਆ, ਉਹਦੇ 'ਚ ਇੱਕ ਲਾਈਨ ਪਾ ਦਿੰਦੇ ਵੀ ਅਸੀਂ MSP ਤੋਂ ਘੱਟ ਜਿਹੜਾ ਵੀ ਖਰੀਦ ਫਰੋਖਤ ਕਰੂਗਾ ਅਸੀਂ ਉਹਦੇ 'ਤੇ ਜਿਹੜੀ ਆ ਬਕਾਇਦਾ ਕਾਰਵਾਈ ਕਰਾਂਗੇ ਔਰ ਉਹਨੂੰ ਘੱਟੋ ਘੱਟ ਅਸੀਂ 3 ਸਾਲ ਲਈ ਜੇਲ੍ਹ 'ਚ ਸੁੱਟਾਂਗੇ। ਇਹ ਕੁਛ ਨਹੀਂ ਸੀ ਹੋਣਾ, ਸਾਰਾ ਕੁਝ ਨੋਰਮਲ ਹੋ ਜਾਣਾ ਸੀ। ਲੇਕਿਨ ਸਰਕਾਰ ਟਕਰਾਓ ਵਾਲੇ ਪਾਸੇ ਆਪ ਤੁਰੀ ਹੋਈ ਹੈ। ਕਿਸਾਨਾਂ ਦਾ ਕੋਈ ਦੋਸ਼ ਨਹੀਂ, ਕੀ ਕਰਨਗੇ ਪਰਚੇ ਕਰਕੇ? ਇਹ ਸੰਵਿਧਾਨਕ ਹੱਕ ਆ। ਜੇ ਮੇਰੀ ਸਰਕਾਰ ਤੇ ਮੈਨੂੰ ਕੁਝ ਪ੍ਰੋਬਲਮ ਖੜੀ ਹੋ ਰਹੀ ਆ, ਚਾਹੇ ਉਹ ਸਟੇਟ ਗੌਰਮੈਂਟ ਹੋਵੇ, ਸੈਂਟਰ ਗੌਰਮੈਂਟ ਹੋਵੇ, ਸਾਨੂੰ ਸੰਵਿਧਾਨਕ ਹੱਕ ਆ, ਅਸੀਂ ਆਪਣੀ ਗੱਲ ਜਿਹੜੀ ਆ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕਰ ਸਕਦੇ ਆ। ਉਹ ਲੋਕਾਂ ਨੇ ਪੁਤਲੇ ਸਾਡੇ ਜੁੱਤੀਆਂ ਦੇ ਹਾਰ ਪਾ ਕੇ ਗਲਾਂ 'ਚ ਪਾਏ, ਸ਼ਰਮ ਵਾਲੀ ਗੱਲ ਆ ਯਾਰ। ਇਹ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਵੀ ਇਹ ਪਹਿਲੀ ਵਾਰ ਹੋਇਆ। ਮੈਂ ਸਮਝਦਾ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ 75 ਦੇ ਵਿੱਚ, ਉਦੋਂ ਵੀ ਇਹੋ ਜਿਹੇ ਕਾਂਡ ਨਹੀਂ ਸੀ ਹੋਏ ਜਿਹੜੇ ਲੋਕ ਅੱਜ ਕੱਲ੍ਹ ਕਰ ਰਹੇ ਆ। ਔਰ ਬੜੀ ਬੇਸ਼ਰਮੀ ਵਾਲੀ ਗੱਲ ਆ ਕੇਂਦਰ ਸਰਕਾਰ ਲਈ, ਇਹਨਾਂ ਦੀ ਜਿਹੜੀ ਲੀਡਰਸ਼ਿਪ ਆ। ਇਹ ਖਬਰਾਂ ਇਕੱਲੀ ਭਾਰਤ 'ਚ ਨਹੀਂ ਰਹਿ ਰਹੀਆਂ, ਇਹ ਖਬਰਾਂ ਬਾਹਰ ਵੀ ਜਾ ਰਹੀਆਂ ਨੇ। ਜਿਹੜੇ ਬਾਹਰਲੇ ਮੁਲਕ ਆ ਉਹ ਇਸ ਗੱਲ ਦਾ ਮਜ਼ਾਕ ਉਡਾ ਰਹੇ ਆ ਵੀ ਕਿੱਥੇ ਤਾਂ ਇਹ ਕਹਿ ਰਿਹਾ ਸੀ ਜੀ ਅਸੀਂ ਦੁਨੀਆ ਦੀ ਇੱਕ ਪਾਵਰ ਬਣਾਂਗੇ ਅਸੀਂ, ਤਾਂ ਕਿੱਥੇ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਜਾਲ ਕੇ ਲੋਕ ਉਹਦੇ ਜੁੱਤੀਆਂ ਦਾ ਗਲ 'ਚ ਹਾਰ ਪਾ ਕੇ ਤਾਂ ਉਹਦੀ ਛਿੱਤਰ ਪਰੇਡ ਕਰ ਰਹੇ ਆ। ਇਹ ਛੋਟੀ ਗੱਲ ਆ ਕਿਤੇ ਯਾਰ? ਇਹ ਸਮਝਣ ਵਾਲੀ ਗੱਲ ਹੈ ਇਹ। ਸੋ ਬਹੁਤ ਬਹੁਤ ਧੰਨਵਾਦ ਲਵਲੀ ਜੀ ਤੁਹਾਡਾ ਚੈਨਲ ਨਾਲ ਇੰਟਰਵਿਊ ਕਰਨ ਦੇ ਲਈ। ਔਰ ਆਖਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਸਾਰੇ ਪੰਜਾਬੀਆਂ ਨੂੰ ਮੈਂ ਆਪਣੇ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੁੰਦਾ ਵੀ ਇਹ ਸਰਕਾਰਾਂ ਜੋ ਮਰਜ਼ੀ ਕਰੀ ਜਾਣ,
ਲੇਕਿਨ ਜਿਹੜਾ ਸਾਡਾ ਇੱਕ ਭਾਈਚਾਰਾ ਵਾ, ਸਾਡਾ ਇੱਕ ਮੇਲ ਮਿਲਾਪ ਆ, ਸਾਡੀ ਇੱਕ ਸਾਂਝੀਵਾਲਤਾ ਦੀ ਗੱਲ ਆ, ਸਾਡਾ ਇੱਕ ਜਿਹੜਾ ਅਸਰ ਰਸੂਖ ਕਹਿ ਲਓ, ਇੱਕ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਆਪਾਂ ਇੱਕ ਭਰਾਵਾਂ ਵਾਂਗੂ ਰਹਿੰਦੇ ਆ। ਜਿੰਨੇ ਵੀ ਅਸੀਂ ਲੋਕ ਆ, ਅਸੀਂ ਇਹਨੂੰ ਆਪਣਾ ਘਰ ਇੱਕ ਬਗੀਚਾ ਸਮਝਿਆ ਹੋਇਆ ਪੰਜਾਬ ਨੂੰ। ਇਹ ਲੋਕ ਇਹ ਸਰਕਾਰਾਂ ਜੋ ਮਰਜ਼ੀ ਕਰੀ ਜਾਣ, ਤੁਸੀਂ ਇਹਨਾਂ ਦੇ ਪਿੱਛੇ ਨਹੀਂ ਲੱਗਣਾ, ਕਿਸੇ ਦੇ ਭਟਕਾਵੇ ਤੇ ਨਹੀਂ ਆਣਾ। ਅਮਨ ਸ਼ਾਂਤੀ ਦੇ ਨਾਲ ਆਪਣੀ ਗੱਲ ਰੱਖੋ, ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਆਪਣੀ ਗੱਲ ਰੱਖੋ, ਜਿਹੜੀ ਰੱਖਣੀ ਸਾਡਾ ਹੱਕ ਆ ਕਾਨੂੰਨੀ ਇਹ। ਲੇਕਿਨ ਇਦਾਂ ਦੀ ਕੋਈ ਗੱਲ ਨਾ ਕਰੀਏ ਜਿਹਦੇ ਨਾਲ ਪੰਜਾਬ ਨੂੰ, ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਕੋਈ ਨੁਕਸਾਨ ਹੋਵੇ। ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੂੰਗਾ ਵੀ ਆਪਾਂ ਅਮਨ ਅਮਾਨ ਦੇ ਨਾਲ ਆਪਣੀ ਗੱਲ ਰੱਖੋ। ਇਹ ਸਰਕਾਰਾਂ ਨੇ ਕੋਈ ਗੱਲ ਨਹੀਂ, ਢਹਿ ਜਾਣਗੀਆਂ, ਕੋਈ ਬੜੀ ਗੱਲ ਨਹੀਂ ਆ। ਤੁਸੀਂ, ਮੇਰੀ ਬੇਨਤੀ ਆ ਤੁਹਾਨੂੰ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ, ਵੀ ਤੁਸੀਂ ਜਿਹੜੀ ਮੂਵਮੈਂਟ ਆ ਪੂਰੇ ਜ਼ੋਰ ਸ਼ੋਰ ਨਾਲ ਚਲਾਓ, ਲੇਕਿਨ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ, ਤਾਂ ਜੋ ਕੋਈ ਵੀ ਆਪਣੇ ਤੇ ਉਂਗਲੀ ਨਾ ਕਰ ਸਕੇ। ਸਾਰਿਆਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਜੀ, ਜਿਨ੍ਹਾਂ ਨੇ ਕਿ ਅੱਜ ਇਸ ਚੈਨਲ ਦੇ ਰਾਹੀਂ ਬਹੁਤ ਸਾਰੇ ਮੁੱਦਿਆਂ ਉੱਤੇ ਗੱਲਬਾਤ ਕੀਤੀ। ਸੋ ਇਸੇ ਤਰ੍ਹਾਂ ਤੁਸੀਂ ਨਵੀਆਂ ਖਬਰਾਂ, ਨਵੇਂ ਮੁੱਦੇ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਦਿਓ ਇਜਾਜ਼ਤ, ਧੰਨਵਾਦ।